ਸ਼ਮਾਦਾਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਰੇਡੀਓ ਪੰਜਾਬ ਟੂਡੇ ਦੇ ਚਰਚਿਤ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਅਤੇ ਸਾਡੇ ਨਾਲ ਇਸ ਵਕਤ ਜੁੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਵਿਰਸਾ ਸਿੰਘ ਜੀ ਵਲਟੋਹਾ ਸਾਹਿਬ। ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਬਹੁਤ ਮਿਹਰਬਾਨੀ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਵਲਟੋਹਾ ਸਾਹਿਬ, ਇੱਕ ਅੱਜ ਦੀ ਤਾਜ਼ਾ ਤਰੀਨ ਘਟਨਾ ਜਿਹੜੀ ਵਾਪਰੀ ਹੈ ਬਟਾਲਾ ਦੇ ਵਿੱਚ ਜ਼ਮੀਨ ਅਕਵਾਇਰ ਮਾਮਲਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ, ਜ਼ਮੀਨਾਂ ਪਹਿਲਾਂ ਵੀ ਐਕਵਾਇਰ ਹੁੰਦੀਆਂ ਆਈਆਂ ਨੇ ਜੀ, ਔਰ ਇੱਥੋਂ ਤੱਕ ਕਿ ਲੋਕ ਖੁਸ਼ੀ ਜ਼ਮੀਨਾਂ ਜਿਹੜੀਆਂ ਨੇ ਉਹ ਸਰਕਾਰੀ ਪ੍ਰੋਜੈਕਟਾਂ ਵਾਸਤੇ ਦਿੰਦੇ ਰਹੇ ਨੇ। ਮੈਨੂੰ ਯਾਦ ਹੈ ਜਦੋਂ ਸਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਜੀ, ਕਿਉਂਕਿ ਉਹਨਾਂ ਨੂੰ ਮਿਥੀ ਹੋਈ ਕੀਮਤ ਜਿਹੜੀ ਮਾਰਕੀਟ ਰੇਟ ਹੈ, ਇੱਕ ਰੈਵਨਿਊ ਰੇਟ ਹੁੰਦਾ, ਇੱਕ ਮਾਰਕੀਟ ਰੇਟ ਹੁੰਦਾ ਆ। ਤੇ ਜਦੋਂ ਮਾਰਕੀਟ ਰੇਟ ਤੋਂ 4-4, 5-5 ਗੁਣਾ ਮਿਲੂਗਾ, ਫਿਰ ਕੁਦਰਤੀ ਹੈ ਕਿ ਅਗਲੇ ਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਇੱਥੋਂ ਜੇ ਵੇਚੂੰਗਾ ਵੀ ਤੇ ਅੱਗੇ ਮੈਨੂੰ ਕਿਤੇ ਖੁੱਲੀ ਜ਼ਮੀਨ ਬਣ ਜਾਏਗੀ, ਮੈਨੂੰ ਪੈਸਾ ਚੰਗਾ ਮਿਲ ਰਿਹਾ ਹੈ ਜੀ। ਕਿਉਂਕਿ ਇੱਕ ਬੰਦੇ ਨੇ ਇੱਕ ਥਾਂ ਤੋਂ ਉੱਜੜਨਾ ਹੁੰਦਾ ਹੈ ਜੀ, ਉਹਦੀਆਂ ਉਸ ਰੂਟਸ ਦੇ ਨਾਲ, ਉਸ ਜ਼ਮੀਨ ਦੇ ਨਾਲ ਜੜ੍ਹਾਂ ਜੁੜੀਆਂ ਹੁੰਦੀਆਂ ਨੇ, ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਜੀ। ਠੀਕ ਹੈ ਕਿ ਸਰਕਾਰਾਂ ਵਾਸਤੇ ਵੀ ਜ਼ਮੀਨਾਂ ਅਕਵਾਇਰ ਕਰਨੀਆਂ ਜ਼ਰੂਰੀ ਹੈ, ਪਰ ਇਹਦੇ ਨਾਲ ਹੀ ਜ਼ਰੂਰੀ ਹੈ ਕਿ ਉਹਦੀ ਹੱਕ ਰਸੀ ਹੋਵੇ, ਉਹਨੂੰ ਉਹਦਾ ਪੂਰਾ ਹੱਕ ਮਿਲੇ, ਉਹ ਸੰਤੁਸ਼ਟ ਹੋਵੇ ਜਿਹਦੀ ਜ਼ਮੀਨ ਹੈ। ਕਿਉਂਕਿ ਜ਼ਮੀਨ ਜਿਹੜੀ ਹੈ ਕਿਸਾਨ ਵਾਸਤੇ ਮਾਂ ਆ ਜੀ। ਤੇ ਜਦੋਂ ਮਾਂ ਦੇ ਉੱਤੇ ਤੁਸੀਂ ਜਬਰੀ ਇੱਕ ਤਰ੍ਹਾਂ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰੋਗੇ ਔਰ ਇੱਕ ਉਹ ਰੇਟ ਦੇਵੋਗੇ ਜਿਹੜਾ ਕਿ ਉਹਨੂੰ ਪ੍ਰਵਾਨ ਨਹੀਂ, ਤੇ ਫਿਰ ਦੇਖੋ, ਫਿਰ ਤੇ ਪ੍ਰਦਰਸ਼ਨ ਵੀ ਹੋਣਗੇ, ਰੋਸ ਵੀ ਹੋਊਗਾ, ਹਾਂਜੀ, ਫਿਰ ਵਿਰੋਧ ਵੀ ਹੁੰਦਾ ਹੈ ਜੀ। ਹੁਣ ਇਹੀ ਘਟਨਾ ਜਿਹੜੀ ਹੈ ਇਕੱਲੇ ਬਟਾਲੇ 'ਚ ਨਹੀਂ, ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੀਆਂ ਜ਼ਮੀਨ ਅਕਵਾਇਰ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਨੇ। ਔਰ ਬਟਾਲੇ ਦੇ ਵਿੱਚ ਵੀ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹ ਟੱਬਰ ਸਾਹਮਣੇ ਆਏ, ਉਹਨਾਂ ਨੇ ਪ੍ਰਦਰਸ਼ਨ ਕੀਤਾ। ਔਰ ਉੱਥੇ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਬਿਹੇਵ ਕੀਤਾ ਹੈ, ਵਿਹਾਰ ਕੀਤਾ ਆ, ਔਰ ਉੱਥੇ ਕੁੱਟਮਾਰ ਕੀਤੀ ਹੈ, ਔਰ ਬੀਬੀਆਂ ਦੇ ਨਾਲ ਖਾਸ ਕਰਕੇ ਜੀ, ਤੇ ਬਜ਼ੁਰਗ ਬੀਬੀਆਂ ਜਿਹੜੀਆਂ ਨੇ ਉਹ ਖੇਤਾਂ ਦੇ ਵਿੱਚ ਡਿੱਗੀਆਂ ਪਈਆਂ ਨੇ, ਔਰ ਅੱਧ-ਖੜ ਉਮਰ ਦੇ ਬੰਦੇ ਜਿਹੜੇ ਨੇ ਉਹਨਾਂ ਦੀਆਂ ਪੱਗਾਂ ਲੱਥੀਆਂ ਪਈਆਂ ਨੇ, ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਔਰ ਬੀਬੀਆਂ ਦੇ ਜਿਹੜੇ ਥੱਪੜ ਮਾਰੇ ਜਾ ਰਹੇ ਨੇ ਸ਼ਰੇਆਮੀ ਜੀ। ਤੇ ਇਸ ਤੋਂ ਜਿਹੜੀ ਆ ਮਤਲਬ ਚਿੰਤਾਜਨਕ ਜਾਂ ਨਿੰਦਾਜਨਕ ਜਾਂ ਮਤਲਬ ਕਹਿ ਲਈਏ ਕਿ ਸ਼ਰਮ ਵਾਲੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਤੇ ਮੇਰਾ ਖਿਆਲ ਹੈ ਕਿ ਜਦੋਂ ਸਰਕਾਰਾਂ ਢੀਠ ਹੋ ਜਾਣ ਕਿ ਹੁਣ ਠੀਕ ਹੈ ਕਿ ਬੜੀ ਪੀੜਾ ਵਾਲੀ ਹੈ ਕਿ ਇਹ ਜ਼ਮੀਨ ਦੇ ਨਾਲ ਇੱਕ ਜੁੜਿਆ ਹੋਇਆ ਮਸਲਾ ਆ, ਪਰ ਮੇਰਾ ਖਿਆਲ ਕਿ ਪੰਜਾਬ ਦੇ ਵਿੱਚ ਤੇ ਹੁਣ ਨਿੱਤ ਦੀ ਕਹਾਣੀ ਬਣ ਗਈ, ਧੀਆਂ ਭੈਣਾਂ ਨੂੰ ਕੁੱਟਣਾ। ਤੇ ਫਿਰ ਜਿਹੜਾ ਆ ਉਹਨੂੰ ਮਹਿਸੂਸ ਕਰਨ ਦੀ ਥਾਂ ਤੇ ਜਦੋਂ ਸਰਕਾਰਾਂ ਉਲਟ ਦਾਅਵੇ ਕਰਦੀਆਂ ਹੈ ਕਿ ਅਸੀਂ ਲੋਕਾਂ ਦੇ ਬੜੇ ਵੱਡੇ ਸ਼ੁਭ ਚਿੰਤਕ ਹਾਂ, ਹਤੈਸ਼ੀ ਹੈ, ਤੇ ਉਦੋਂ ਫਿਰ ਹੋਰ ਸ਼ਰਮ ਆਉਂਦੀ ਹੈ। ਹੁਣ ਇਹ ਜੋ ਕੁਛ ਵਾਪਰਿਆ, ਇਹ ਜੋ ਕੁਛ ਵੀ ਵਾਪਰਿਆ ਆ ਜੀ, ਇਹ ਮਾੜਾ ਵਾਪਰਿਆ ਆ। ਔਰ ਜ਼ਮੀਨਾਂ ਜੇ ਅਕਵਾਇਰ ਕਰਨੀਆਂ ਆ ਕਰੋ, ਕਿਉਂਕਿ ਡਿਵੈਲਪਮੈਂਟ ਦੇ ਨਾਲ ਜੁੜੀ ਹੋਈ ਗੱਲ ਹੈ ਜੀ। ਪਰ ਜਿਨ੍ਹਾਂ ਦੀਆਂ ਜ਼ਮੀਨਾਂ ਆ ਉਹਨਾਂ ਦੇ ਵਾਜਬ ਰੇਟ, ਕਿਉਂਕਿ ਉਹਨਾਂ ਦਾ ਉਜਾੜਾ ਹੋਣਾ ਆ, ਉਹਨਾਂ ਨੇ ਜ਼ਮੀਨ ਛੱਡਣੀ ਆ ਜਿਹਦੇ ਨਾਲ ਉਹਨਾਂ ਦੀਆਂ ਉਹ ਟੱਬਰ ਜੁੜੇ ਹੋਏ ਨੇ, ਇਸ ਕਰਕੇ ਉਹਨਾਂ ਨੂੰ ਸਹੀ ਰੇਟ ਮਿਲਣਾ ਚਾਹੀਦਾ ਹੈ। ਔਰ ਜਿਨ੍ਹਾਂ ਲੋਕਾਂ ਨੇ ਵੀ ਪ੍ਰਦਰਸ਼ਨ ਕਰਦੇ ਹੋਏ, ਰੋਸ ਕਰਦੇ ਹੋਏ, ਵਿਰੋਧ ਕਰਦੇ ਹੋਏ ਕਿਸਾਨਾਂ ਦੇ ਉੱਤੇ, ਬੀਬੀਆਂ ਦੇ ਉੱਤੇ ਅਤਿਆਚਾਰ ਕੀਤਾ, ਇਕੱਲਾ ਉਹੀ ਨਹੀਂ ਕਿ ਮੁਲਾਜ਼ਮ ਦੀ ਗੱਲ ਕਰੀਏ ਜੀ, ਔਰ ਜਿਹੜੇ ਵੀ ਉੱਥੇ ਸੁਪਰਵਿਜ਼ਨ ਕਰਦੇ ਸੀ ਅਧਿਕਾਰੀ, ਜਿਨ੍ਹਾਂ ਦੀ ਡਾਇਰੈਕਸ਼ਨ ਤੇ ਸਾਰਾ ਕੁਛ ਹੋਇਆ, ਉਹਨਾਂ ਦੇ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ। ਦੂਜੀ ਗੱਲ ਬੇਅਦਬੀਆਂ ਦੇ ਮੁੱਦੇ ਨਾਲ ਜੁੜੀ ਹੋਈ ਹੈ ਜੀ। ਆਏ ਦਿਨ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ, ਭਾਵੇਂ ਉਹ ਗਲਿਆਰਾ ਸਾਡੇ ਬਹੁਤ ਹੀ ਸਤਿਕਾਰਤ ਜਗ੍ਹਾ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਆਲੇ ਦੁਆਲੇ ਵਾਪਰਦੀਆਂ ਨੇ, ਫਿਰ ਫਤਿਹਗੜ੍ਹ ਸਾਹਿਬ ਦੇ ਵਿੱਚ ਵਾਪਰਦੀ ਹੈ, ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਵਾਪਰਦੀ ਹੈ, ਪਟਿਆਲੇ ਵਾਪਰਦੀ ਹੈ। ਇਹਨਾਂ ਘਟਨਾਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਹਜੇ ਤੱਕ ਕੋਈ ਕਾਰਗਰ
ਪਹੁੰਚ ਨਹੀਂ ਅਪਣਾ ਰਿਹਾ। ਕਿਸ ਤਰੀਕੇ ਨਾਲ ਪੰਜਾਬ ਦੀ ਸ਼ਾਂਤੀ ਨੂੰ ਅਮਲ 'ਚ ਲਿਆਂਦਾ ਜਾਵੇਗਾ ਭਵਿੱਖ ਦੇ ਵਿੱਚ, ਤੇ ਇਹੋ ਜਿਹੀਆਂ ਘਟਨਾ ਨਾ ਹੋਣ? ਅਕਾਲੀ ਦਲ ਕਿਸ ਤਰੀਕੇ ਨਾਲ ਆਪਣੀ ਕਾਰਗੁਜ਼ਾਰੀ ਦਿਖਾਏਗਾ ਜੀ? ਦੇਖੋ, ਇੱਥੋਂ ਤੇ ਨਿੱਤ ਦੀ ਕਹਾਣੀ ਬਣ ਗਈ ਜਾਪਦੀ। ਮੇਰਾ ਖਿਆਲ ਹੈ ਕਿ ਹੁਣ ਜਿੱਥੇ ਵੀ ਕੋਈ ਬੇਅਦਬੀ ਦੀ ਖਬਰ ਆਉਂਦੀ ਹੈ ਜੀ, ਤੇ ਚਾਹੇ ਸੁਣਨ ਵਾਲਾ ਹੈ ਤੇ ਚਾਹੇ ਪੜ੍ਹਨ ਵਾਲਾ, ਉਹ ਵੀ ਕਹਿੰਦਾ ਕਿ ਇੱਕ ਖਬਰ ਹੀ ਹੈ। ਪਰ ਮੇਰਾ ਖਿਆਲ ਹੈ ਕਿ ਪਰ ਫਿਰ ਵੀ ਇਹ ਜਿਹੜਾ ਆ ਵੱਡੇ ਪੱਧਰ ਤੇ ਜਿਹੜੇ ਧਰਮੀ ਲੋਕ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਜੀ। ਤੇ ਇਸ ਬਾਰੇ ਕੋਈ ਠੋਸ ਯਤਨ ਕਰਨ ਦੀ ਥਾਂ ਤੇ ਜਿਨ੍ਹਾਂ ਲੋਕਾਂ ਨੇ ਘਟਨਾਵਾਂ ਜਿਹੜੀਆਂ 2015 ਚ ਵਾਪਰੀਆਂ ਸੀ ਉਹਨਾਂ ਦੇ ਉੱਤੇ ਰੱਜ ਕੇ ਸਿਆਸਤ ਕੀਤੀ, ਉਹ ਅੱਜ ਤੱਕ ਕਰਦੇ ਜੀ। ਤੇ ਦੁੱਖ ਵੀ ਇਸ ਗੱਲ ਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਹੋਵੇ ਜੀ, ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਜੂਨ 84 ਚ ਦਰਬਾਰ ਸਾਹਿਬ ਤੇ ਹਮਲੇ ਦੇ ਦੌਰਾਨ ਗੋਲੀਆਂ ਲੱਗੀਆਂ, ਹੁਣ ਤਾਬਿਆ ਬੈਠਾ ਸਿੰਘ ਸ਼ਹੀਦ ਹੋਇਆ ਹੋਵੇ, ਰਾਗੀ ਸਿੰਘ ਡਿਊਟੀ ਕਰਦੇ ਹੋਏ ਕੀਰਤਨ ਕਰਦੇ ਹੋਏ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਹੋਏ, ਹੁਣ ਅਕਾਲ ਤਖਤ ਢੇਰੀ ਕਰ ਦਿੱਤਾ ਹੋ ਗਿਆ ਤੇ ਹਜ਼ਾਰਾਂ ਸਰੂਪ ਜਿਹੜੇ ਨੇ ਅਗਨ ਭੇਟ ਕਰ ਦਿੱਤੇ ਗਏ ਹੁਣ। ਤੇ ਉਹ ਪਾਰਟੀ ਜਿਹੜੀ ਹੈ ਇਸੇ ਗੱਲ ਦੇ ਉੱਤੇ ਪੰਸਰ ਪੰਜਾਬ ਚ ਸੱਤਾ ਹੰਡਾ ਗਈ ਜੀ, ਤੇ ਕੀਤਾ ਉਹਨਾਂ ਵੀ ਕੱਖ ਨਹੀਂ। ਹੁਣ ਇਹ ਆਏ ਨੇ ਜਿਹੜੇ ਕਹਿੰਦੇ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ, ਤੇ ਜਿਹੜੇ ਦੋਸ਼ੀ ਨਾਮਜ਼ਦ ਕੀਤੇ ਗਏ ਹੈ ਉਹਨਾਂ ਨੂੰ ਸਜ਼ਾਵਾਂ ਦੇਣ ਦੀ ਥਾਂ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਹੋਈ ਹੈ। ਚਲੋ ਦੇਣੀ ਵੀ ਚਾਹੀਦੀ ਜੇ ਕਿਸੇ ਦੀ ਜ਼ਰੂਰਤ ਹੈ, ਪਰ ਉਹਨਾਂ ਨੂੰ ਇੱਕ ਤਰ੍ਹਾਂ ਦਾ VIP ਟ੍ਰੀਟਮੈਂਟ ਦਿੱਤਾ ਜਾ ਰਿਹਾ। 10-10 ਬੰਦੇ ਜਿਹੜੇ ਉਹਨਾਂ ਨੂੰ ਗਨਮੈਨ ਦਿੱਤੇ ਹੋਏ ਨੇ ਜੀ। ਔਰ ਫਿਰ ਉਹ ਜਿਹੜੇ ਲੋਕ ਨੇ ਜਿਹੜੇ ਬੇਅਦਬੀ ਦੇ ਕੇਸ ਦੇ ਵਿੱਚ ਦੋਸ਼ੀ ਨਾਮਜ਼ਦ ਕੀਤੇ ਗਏ ਨੇ, ਉਹ ਹਾਈ ਕੋਰਟ ਜਾਂਦੇ ਹੈ ਕਿ ਸਾਡਾ ਕੇਸ ਜਿਹੜਾ ਫਰੀਦਕੋਟ ਅਦਾਲਤ ਤੋਂ ਬਦਲ ਕੇ ਪੰਜਾਬੋਂ ਬਾਹਰ ਭੇਜਿਆ ਜਾਵੇ। ਤੇ ਸਾਡੇ ਜਿਹੜੇ ਐਡਵੋਕੇਟ ਜਨਰਲ ਨੇ ਭਗਵੰਤ ਮਾਨ ਸਰਕਾਰ ਦੇ, ਜਿਹੜੇ ਸਰਸੇ ਵਾਲੇ ਰਾਮ ਰਹੀਮ ਦੇ ਚੇਲੇ ਨੇ, ਤੁਸੀਂ ਦੇਖੋਗੇ ਕਿ ਪਿਛਲੇ ਲੰਬੇ ਸਮੇਂ ਤੋਂ ਜੇ ਰਾਮ ਰਹੀਮ ਦੇ ਕੇਸਾਂ ਦੀ ਪੈਰਵਾਈ ਕਰਦੇ ਰਹੇ ਤੇ ਸਾਡੇ ਜਿਹੜੇ ਐਡਵੋਕੇਟ ਜਨਰਲ ਨੇ ਮੌਜੂਦਾ ਪੰਜਾਬ ਸਰਕਾਰ ਦੇ ਵਿਨੋਦ ਕਈ ਜੀ, ਉਹ ਕਰਦੇ ਰਹੇ ਨੇ ਜਿਹੜੇ ਹੁਣ ਐਡਵੋਕੇਟ ਜਨਰਲ ਨੇ। ਤੇ ਉਹ ਅਜਿਹੀ ਪੈਰਵਾਈ ਕਰਦੇ ਆ ਕਿ ਉਹ ਜਿਹੜਾ ਕੇਸ ਹੈ ਤਬਦੀਲ ਹੋ ਕੇ ਪੰਜਾਬ ਤੋਂ ਬਾਹਰ ਤਬਦੀਲ ਹੋ ਗਿਆ ਹੈ ਜੀ। ਹੁਣ ਪੰਜਾਬ ਤੋਂ ਬਾਹਰ ਕੇਸ ਤਬਦੀਲ ਹੁੰਦਾ ਆ, ਉੱਥੇ ਕੀ ਬਣਦਾ ਆ ਇਹ ਤੇ ਆਉਣ ਵਾਲਾ ਸਮਾਂ ਦੱਸੂਗਾ, ਪਰ ਲੱਛਣ ਮਾੜੇ ਨੇ। ਹਾਂਜੀ, ਦੂਸਰੀ ਗੱਲ ਜਿਹੜੀ ਹੈ ਕਿ ਨਿੱਤ ਘਟਨਾਵਾਂ ਜਿਹੜੀਆਂ ਵਾਪਰਨ ਲੱਗ ਪਈਆਂ, ਜਿਹਦੀ ਆਪਾਂ ਜ਼ਿਕਰ ਕੀਤਾ, ਚਿੰਤਾ ਵੀ ਪ੍ਰਗਟ ਕੀਤੀ ਹੈ, ਤੇ ਕੀ ਜਿਹੜੇ ਲੋਕ ਮਤਲਬ ਅਕਾਲੀ ਦਲ ਦੇ ਉੱਤੇ ਹਮਲੇ ਕਰਦੇ ਰਹੇ ਸੀ, ਲਗਾਤਾਰ ਕਰਦੇ ਰਹੇ ਸੀ, ਕਰ ਵੀ ਰਹੇ ਨੇ, ਅੱਜ ਵੀ ਕਰਦੇ ਹੈ ਜੀ, ਤੇ ਕੀ ਉਹਨਾਂ ਨੂੰ ਹੁਣ ਬੇਅਦਬੀਆਂ ਨਜ਼ਰ ਨਹੀਂ ਆਉਂਦੀ? ਅਸੀਂ ਕਹਿੰਦੇ ਨਹੀਂ ਹੋਣੀ ਚਾਹੀਦੀ ਜੀ, ਹੋਣੀ ਨਹੀਂ ਚਾਹੀਦੀ। ਜਿਹੜਾ ਵੀ ਕੋਈ ਦੋਸ਼ੀ ਉਹਨੂੰ ਜਿਹਨੇ ਪਿਛੋਕੜ ਦੇ ਵਿੱਚ ਕੀਤੀ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਇੱਕ ਮੈਂ ਬੇਨਤੀ ਕਰਾਂ, 2016 ਦੇ ਸਟਾਰਟਿੰਗ ਦੇ ਵਿੱਚ ਇੱਕ ਬੇਅਦਬੀ ਹੁੰਦੀ ਹੈ ਮਜੀਠਾ ਹਲਕੇ 'ਚ ਜੀ, ਰਾਮਦਵਾਲੀ ਮੁਸਲਮਾਨਾ ਪਿੰਡ ਹੈ ਜੀ। ਉੱਥੇ ਗੁਰੂ ਘਰ ਦੇ ਅੰਦਰ ਜਾ ਕੇ ਬੇਅਦਬੀ ਕੀਤੀ ਜਾਂਦੀ ਹੈ। 3 ਬੰਦੇ ਹੁੰਦੇ ਨੇ, ਉਹ ਸਰੂਪ ਅਗਨ ਭੇਟ ਕਰ ਦਿੰਦੇ ਨੇ। ਤੇ ਉਹ ਕੀ ਹੁੰਦਾ ਹੈ ਕਿ ਲਾਗੇ ਗੁਆਂਢੀ ਜਿਸ ਪਰਿਵਾਰ ਦਾ ਘਰ ਹੈ, ਜਦੋਂ ਉਹਨਾਂ ਨੂੰ ਖੜਕਾ ਉੱਥੇ ਪਹੁੰਚਦਾ, ਵਿਚਲੀ ਜਿਹੜੀ ਕੰਧ ਸਾਂਝੀ ਹੁੰਦੀ ਹੈ ਜੀ, ਉਹ ਸੁਚੇਤ ਹੁੰਦੇ ਨੇ। ਜਦੋਂ ਉਹ ਦੇਖਦੇ ਨੇ ਕਿ ਗੁਰਦੁਆਰੇ 'ਚ ਹਿਲਜੁਲ ਆਏ, ਫਿਰ ਉਹ ਪਿੰਡ ਦੇ ਵਿੱਚੋਂ ਹੋਰਨਾਂ ਲੋਕਾਂ ਨੂੰ ਫੋਨ ਕਰਕੇ ਸਾਦੇ, ਘੇਰਾ ਪਾ ਕੇ ਉਹਨਾਂ ਬੰਦਿਆਂ ਨੂੰ ਫੜਦੇ ਹੈ। ਉਹ ਰਾਤ ਮੌਕੇ ਤੇ ਫੜੇ ਜਾਂਦੇ ਹੈ। ਔਰ ਉਹਨਾਂ ਉੱਥੇ ਮੌਕੇ ਤੇ ਬਿਕਰਮ ਸਿੰਘ ਮਜੀਠੀਆ ਪਹੁੰਚਦੇ ਨੇ, ਔਰ ਉੱਥੇ ਮੁਕੱਦਮਾ ਦਰਜ ਹੁੰਦਾ ਉਹਨਾਂ ਬੰਦਿਆਂ ਤੇ। ਜੇ ਜੋ ਵੀ ਕਾਨੂੰਨ ਐਕਟ ਬਣਦਾ ਸੀ ਉਹ ਲੱਗਾ, ਤੇ ਨਾਲ ਉਹਦੇ ਵਿੱਚ ਜਿਹੜੀ ਹੈ 354 ਜਿਹੜੀ ਹੁੰਦੀ ਹੈ, ਜਿਹੜੀ ਟ੍ਰੈਸ ਪਾਸਿੰਗ ਹੁੰਦਾ ਆ, ਉਹ ਧਾਰਾ ਲਾ ਕੇ ਜਿਹਦੇ ਵਿੱਚ ਘੱਟੋ ਘੱਟ 7 ਸਾਲ ਦੀ ਸਜ਼ਾ ਹੁੰਦੀ ਹੈ, ਜਦੋਂ ਕਿ ਬੇਅਦਬੀ 295 ਦੇ ਵਿੱਚ ਮੇਰਾ 2 ਕਿ 3 ਸਾਲ ਦੀ ਸਜ਼ਾ ਹੁੰਦੀ ਹੈ ਜੀ। ਉਹ ਸਜ਼ਾ ਲੱਗਦੀ ਹੈ, ਬੰਦੇ ਗ੍ਰਿਫਤਾਰ ਹੁੰਦੇ, ਮੁਕੱਦਮਾ ਚੱਲਦਾ ਹੈ, ਤੇ 2017 ਤੋਂ ਪਹਿਲਾਂ ਉਹਨਾਂ ਨੂੰ 7 ਸਾਲ ਦੀ ਸਜ਼ਾ ਹੋ ਜਾਂਦੀ ਹੈ। ਹਾਂਜੀ, ਹੁਣ ਕਿਉਂ ਨਹੀਂ ਅਜਿਹੇ ਤੁਸੀਂ 295 ਇਹ ਲਾ ਕੇ ਛੱਡ ਦਿੰਦੇ ਜੇ, ਅੱਧ ਵਿਰਤਾ ਜਾਂ ਕੇਸ ਛੱਡ ਦਿੰਦੇ ਜੇ, ਨਾ ਕਿਸੇ ਨੂੰ ਡਾਰਿਆ ਨਾ ਕਿਸੇ ਨੂੰ ਡੁੱਕਰਿਆ। ਹਾਂਜੀ,
ਉਹ ਹੁਣ ਤੁਸੀਂ ਦੇਖੋ ਕਿੰਨਾ ਚਿਰ ਹੋ ਗਿਆ, ਮੇਰਾ ਖਿਆਲ 1.5 ਸਾਲ ਸਵਾ ਸਾਲ ਹੋ ਗਿਆ, ਸਵਾ ਸਾਲ ਕਹਿੰਦਾ 1.5 ਸਾਲ ਹੀ ਹੋ ਗਿਆ। ਜਨਵਰੀ 2022 ਦੇ ਵਿੱਚ ਚਲਾਨ ਪੇਸ਼ ਹੋਇਆ ਸੀਗਾ ਜੀ। ਤੇ ਹਾਂਜੀ, ਜਿਹੜਾ ਆਖਰੀ ਚਲਾਨ ਪੇਸ਼ ਕੀਤਾ ਆ SPS ਪਰਮਾਰ ਜਿਹੜੇ IG ਸੀਗੇ ਬੇਅਦਬੀ ਦੇ ਕੇਸਾਂ ਦੇ ਸਿੱਟ ਦੇ ਇੰਚਾਰਜ ਸੀਗੇ ਜੀ। ਤੇ ਉਸ ਤੋਂ ਬਾਅਦ ਤੁਸੀਂ ਦੱਸ ਦਿਓ ਕੋਈ ਇੱਕ ਕਦਮ ਵੀ ਅੱਗੇ ਚੱਲਿਆ ਹੋਵੇ, ਸਗੋਂ ਉਲਟਾ ਪਿਛਾਂਹ ਨੂੰ ਗਿਆ ਆ। ਤੇ ਫਿਰ ਜਦੋਂ ਅਗਲਿਆਂ ਨੂੰ ਪਤਾ ਹੈ ਕਿ ਇੱਥੇ ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ, ਇਹ ਤਾਂ ਸਗੋਂ ਸਿਆਸਤ ਕਰਦੇ ਆ, ਇੱਕ ਦੂਜੇ ਨੂੰ ਦੋਸ਼ੀ ਠਹਿਰਾਉਂਦੇ ਆ, ਇੱਕ ਦੂਜੇ ਦੇ ਉੱਤੇ ਹਮਲੇ ਕਰਦੇ ਆ, ਇਹਦੇ ਨਾਲ ਚਿੜਦੇ ਆ, ਇਹਦੇ ਨਾਲ ਕੜਤਨ ਵੱਧਦੀ ਹੈ। ਹਾਂਜੀ ਜੀ। ਫਿਰ ਜਿਹੜੇ ਉਹ ਲੋਕ ਨੇ ਉਹ ਤਾਂ ਸ਼ਰਾਰਤ ਕਰਨਗੇ ਹੀ ਕਰਨਗੇ। ਜੇ ਸ਼ਰਾਰਤ ਨੂੰ ਰੋਕਣਾ ਹੈ ਤਾਂ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਜਿਹੜੀ ਹੈ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਹੈ। ਔਰ ਸਾਰਿਆਂ ਨੂੰ ਮਿਲ ਬੈਠ ਕੇ ਜਿਹੜਾ ਆ ਇੱਕ ਸਿਆਸਤ ਤੋਂ ਪਾਸੇ ਹਟ ਕੇ ਇੱਕ ਧਾਰਮਿਕ ਭਾਵਨਾਤਮਕ ਮੁੱਦੇ ਦੇ ਤੌਰ ਤੇ ਸਾਂਝੇ ਰੂਪ 'ਚ ਇਹ ਗੱਲ ਕਰਨੀ ਚਾਹੀਦੀ ਹੈ। ਔਰ ਕੋਈ ਵੀ, ਮੈਂ ਨਹੀਂ ਕਹਿੰਦਾ ਕਿ ਅੱਜ ਭਗਵੰਤ ਮਾਨ ਇਹ ਅਜਿਹਾ ਜਿਹੜਾ ਆ ਕਰਵਾ ਰਿਹਾ, ਜਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਬੇਅਦਬੀਆਂ ਕਰਾਉਂਦਾ ਸੀਗਾ। ਇਹ ਜਿਹੜੇ ਲੋਕ ਸ਼ਰਾਰਤੀ ਨੇ, ਜਾਂ ਜਿਹੜੇ ਛਾਛੀ ਲੋਕ ਨੇ, ਜਾਂ ਜਿਹੜੇ ਪੰਜਾਬ 'ਚ ਅੱਗ ਲਾਉਣਾ ਚਾਹੁੰਦੇ ਨੇ, ਜਾਂ ਸਿੱਖਾਂ ਨੂੰ ਭੜਕਾਉਣਾ ਚਾਹੁੰਦੇ ਨੇ, ਜਾਂ ਦੇਸ਼ ਵਿਰੋਧੀ ਤਾਕਤਾਂ ਨੇ ਜਿਹੜੀਆਂ ਪੰਜਾਬ 'ਚ ਭੜਕਾਹਟ ਪੈਦਾ ਕਰਕੇ ਦੇਸ਼ ਨੂੰ ਕਰਨਾ ਚਾਹੁੰਦੇ, ਜਾਂ ਅਜਿਹੀਆਂ ਸ਼ਕਤੀਆਂ ਜਿਹੜੀਆਂ ਆਪਦਾ ਰਾਜਨੀਤਿਕ ਕੋਈ ਲਾਹਾ ਲੈਣ ਵਾਸਤੇ ਹਾਂਜੀ ਅਜਿਹੀਆਂ ਸਾਜ਼ਿਸ਼ਾਂ ਰਚਦੇ ਨੇ, ਕਿਸੇ ਵੀ ਤਰ੍ਹਾਂ ਦਾ ਹੋਵੇ, ਚਾਹੇ ਸਿੱਖ ਵਿਰੋਧੀ ਸ਼ਕਤੀਆਂ ਹੁਣ ਸਿੱਖਾਂ ਨੂੰ ਚੜਾਉਣ ਵਾਸਤੇ ਕਰਦੀਆਂ ਹੁਣ, ਹਾਂਜੀ ਉਹਨਾਂ ਦਾ ਸਾਹਮਣਾ ਜਿਹੜਾ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਹੈ। ਦੂਜੀ ਗੱਲ, ਵਲਟੋਹਾ ਸਾਹਿਬ ਇੱਕ ਹੋਰ ਗੁਰਦੁਆਰਾ ਬੁੰਗਾ ਨਾਨਕਸਰ ਦੀ ਕਾਫੀ ਘਟਨਾ ਚਰਚਾ ਦੇ ਵਿੱਚ ਹੈ, ਭਾਵੇਂ ਉਹ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਆ, ਪਰ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਪੰਜਾਬੀ ਪਾਰਟੀ ਹੋਣ ਦੇ ਨਾਤੇ ਤੁਹਾਡੀ ਪਾਰਟੀ ਵੀ ਕਰਦੀ ਹੈ। ਇੱਕ ਗੱਲ ਜਿਹੜੀ ਚਿੰਤਾਜਨਕ ਆ ਜੀ, ਉਹ ਆਪਸੀ ਪਿਆਰ ਤੇ ਭਾਈਚਾਰਾ ਤੁਹਾਡੀ ਨਜ਼ਰ ਦੇ ਵਿੱਚ ਇੱਕ ਇਤਫਾਕ 'ਚ ਕਿਵੇਂ ਵਾਪਰੂਗਾ ਜੀ? ਗੁਰੂ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਤਾਂ ਕਹਿੰਦੀਆਂ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬਹੁ, ਪਰ ਅਸੀਂ ਜਦੋਂ ਜਾਤ ਧਰਮ ਫਿਰਕੇ ਦੇ ਨਾਂ 'ਤੇ ਵੰਡ ਕੇ ਇੱਕ ਪਿੰਡ ਦੇ ਵਿੱਚ 5-5 6-6 ਗੁਰਦੁਆਰਾ ਸਾਹਿਬ ਖੋਲ੍ਹ ਦਿੰਦੇ ਹਾਂ, ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਇਹ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਲਾਂਭੇ ਹੁੰਦੇ ਹਾਂ, ਅਤੇ ਇਹ ਕਿਹੜਾ ਪੰਥ ਅਤੇ ਕਿਹੜੇ ਧਰਮ ਦੀ ਗੱਲ ਕਰਦੇ ਹਾਂ? ਇਹਦੇ ਵਿੱਚ ਇੱਕ ਇਤਫਾਕ ਕਦੋਂ ਆਏਗਾ ਜੀ? ਕਦੋਂ ਅਸੀਂ ਸਿੱਖਿਆਵਾਂ 'ਤੇ ਚੱਲਣੇ ਸ਼ੁਰੂ ਕਰਾਂਗੇ? ਤੁਹਾਨੂੰ ਲੱਗਦਾ ਭਵਿੱਖ ਦੇ ਵਿੱਚ ਕੁਛ ਇੱਦਾਂ ਦਾ ਹੋ ਸਕਦਾ ਜਿਹੜਾ ਕਿ ਸਿੱਖਿਆਵਾਂ 'ਤੇ ਚੱਲਣ ਲਈ, ਗੁਰੂ ਸਾਹਿਬ ਦੇ ਦਿਖਾਏ ਪਦਚਿੰਨ੍ਹਾਂ 'ਤੇ ਚੱਲਣ ਲਈ ਸਿੱਖ ਕੌਮ ਇੱਕ ਹੋਏਗੀ? ਨਹੀਂ, ਹੁਣ ਤੁਸੀਂ ਦੋ ਸਵਾਲ ਕੀਤੇ ਜੀ। ਸਵਾਲ ਕੀਤਾ ਤੁਸੀਂ ਨਾਨਕਸਰ ਬੁੰਗਿਆ ਜੀ, ਦੂਜਾ ਕੀਤਾ ਜਿਹੜੀ ਧਰਮ ਦੇ ਅੰਦਰ ਸਮਾਜ ਦੇ ਅੰਦਰ ਗਿਰਾਵਟ ਆਈ ਹੈ ਜੀ। ਹੁਣ ਮੈਂ ਕਿਹੜੀ ਦਾ ਪਹਿਲਾਂ ਜਵਾਬ ਦੇਵਾਂ? ਜੋ ਪਹਿਲਾਂ ਬੁੰਗੇ ਦਾ ਦਿਓ ਜੀ, ਫਿਰ ਤੁਸੀਂ ਦੂਸਰਾ ਜ਼ਰੂਰ ਦੱਸਿਓ। ਦੇਖੋ, ਜਿਸ ਤੱਕ ਬੁੰਗਿਆ ਦਾ ਮਸਲਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜਿਆ ਹੈ ਜੀ, ਉਹਦੇ ਬਾਰੇ ਜਿਹੜੇ ਅਧਿਕਾਰਤ ਬਿਆਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਦੀ, ਪਰ ਜਿਸ ਤੱਕ ਮੈਨੂੰ ਜਾਣਕਾਰੀ ਹੈ ਜੀ ਕਿ ਉਹ ਜਿੰਨੀ ਉੱਥੇ ਜ਼ਮੀਨ ਜਾਇਦਾਦ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ, ਔਰ ਕੇਸ ਚੱਲਣ ਤੋਂ ਬਾਅਦ ਉਹਨਾਂ ਦੇ ਹੱਕ 'ਚ ਫੈਸਲਾ ਵੀ ਆ ਚੁੱਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੀ। ਉਸ ਤੋਂ ਬਾਅਦ ਉੱਥੇ ਕੀ ਵਾਪਰਿਆ, ਕਿਵੇਂ ਵਾਪਰਿਆ, ਇਹਨੂੰ ਜਾਤੀਵਾਦ ਨਾਲ ਨਹੀਂ ਜੁੜਨਾ ਚਾਹੀਦਾ ਜੀ। ਇਹ ਕਈ ਥਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਇਦਾਦਾਂ ਨੇ ਉਹ ਵੱਖ-ਵੱਖ ਸਿੱਖ ਜਿਹੜੇ ਮਤਲਬ ਧਾਰਮਿਕ ਸੰਸਥਾਵਾਂ ਨੇ ਉਹਨਾਂ ਦੇ ਥੱਲੇ ਵੀ ਜਿਹੜੀਆਂ, ਜਿਨ੍ਹਾਂ ਨੂੰ ਆਪਾਂ ਕਹਿ ਦਈਏ ਕਈ ਦਲ ਪੰਥ ਨੇ, ਨਿਹੰਗ ਸਿੰਘ ਨੇ, ਕਈ ਹੋਰ ਧਾਰਮਿਕ ਸੰਸਥਾਵਾਂ ਨੇ। ਮਤਲਬ ਇਸ ਗੱਲ ਨੂੰ ਜਾਤੀਵਾਦ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਉੱਥੇ ਵੀ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਆਪਦਾ ਜਿਹੜਾ ਜਾਇਦਾਦ ਜਿਹੜੀ ਆ ਉਹਦਾ ਬਕਾਇਦਾ ਜਿਹੜਾ ਅਧਿਕਾਰ ਲੈਂਦੀ ਹੈ ਜੀ। ਹੁਣ ਇੱਥੇ ਕੀ ਹੈ, ਜੇ ਕੋਈ ਮਸਲਾ ਅਜਿਹਾ ਸੀਗਾ ਤੇ ਪਹਿਲਾਂ ਕੋਸ਼ਿਸ਼ ਜਿਹੜੀ ਆ ਦੋਨਾਂ ਧਿਰਾਂ ਨੂੰ ਮਿਲ ਬੈਠ ਕੇ ਕਰਨੀ ਚਾਹੀਦੀ ਸੀ, ਜਿਹਦੇ ਨਾਲ ਸੋਲੂਸ਼ਨ ਜਿਹੜਾ ਰਲ ਮਿਲ ਕੇ ਨਿਕਲ ਆਉਂਦਾ ਜੀ। ਤੇ ਮੇਰਾ ਖਿਆਲ ਅਖੀਰ ਤੇ ਮਿਲ ਬੈਠ ਕੇ ਮਸਲਾ ਹੱਲ ਹੋਇਆ ਹੈ, ਦੋਨੋਂ ਧਿਰਾਂ ਹੁਣ ਸੰਤੁਸ਼ਟ ਆ। ਇਹਨੂੰ ਜਾਤੀਵਾਦੀ ਇੱਕ ਤੇ ਜਿਹੜੀ ਗੱਲ ਹੈ ਵੀ ਜਿੱਥੇ ਥੋੜਾ ਜਿਹਾ ਜਾਤੀ ਦੀ ਰੰਗਤ ਦਿੱਤੀ ਜਾ ਸਕੇ ਉੱਥੇ ਕਈ ਤਾਕਤਾਂ ਜਿਹੜੀਆਂ ਨੇ ਸ਼ਾਮਲ ਹੋ ਜਾਂਦੀਆਂ ਨੇ, ਫਿਰ ਉਹਨੂੰ ਜਾਤੀਵਾਦੀ ਰੰਗਤ ਦਿੰਦੀਆਂ ਨੇ, ਜਿਹੜੀ ਕਿ ਗੱਲ ਮਾੜੀ ਹੈ। ਸਿੱਖੀ ਦੇ ਵਿੱਚ ਕੋਈ ਜਾਤੀਵਾਦ ਨਹੀਂ, ਔਰ ਹੋ ਸਕਦਾ ਕਿ ਜਿਹੜੇ ਉੱਥੇ ਕਬਜ਼ਾ ਲੈਣ ਗਏ ਹੋਣ ਜਾਂ ਜਿਨ੍ਹਾਂ ਨੇ ਉੱਥੇ ਮੌਕੇ ਤੇ ਉਹਦੇ ਵਿੱਚ ਕਈ ਉਸ ਭਾਈਚਾਰੇ ਨਾਲ ਸੰਬੰਧਿਤ ਹੋਣ ਜਿਹੜੇ ਕਬਜ਼ਾ ਲੈਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਏ ਨੇ। ਇਸ ਕਰਕੇ ਜਿਹੜਾ ਇਹਨਾਂ ਗੱਲਾਂ ਤੋਂ ਅਵੋਇਡ ਕਰਨਾ ਚਾਹੀਦਾ ਹੈ ਜੀ।
ਦੂਜਾ ਜਿਹੜੀ ਗੱਲ ਆ ਆਪਾਂ ਕਾਫੀ ਜਿਹੜੇ ਹੈਗੇ ਆ ਇੱਕੋ ਪਿੰਡ ਦੇ ਵਿੱਚ ਆਲੇ ਦੁਆਲੇ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਫੀ ਗੁਰਦੁਆਰਾ ਸਾਹਿਬਾਨ ਜਿਹੜੇ ਹੈਗੇ ਆ ਵੱਖ-ਵੱਖ ਫਿਰਕਿਆਂ ਦੇ ਖੁੱਲ੍ਹ ਜਾਂਦੇ ਆ। ਇਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੋਈ ਲੱਗਦਾ ਕਿ ਇਹ ਚੀਜ਼ ਜਿਹੜੀ ਹੈਗੀ ਹੈ ਜਿਹੜੀ ਏਕੇ ਤੇ ਇਤਫਾਕ ਕਰਾਉਣ ਲਈ ਮਾਨਸ ਕੀ ਜਾਤ ਸਭਾ ਏਕੇ ਪਹਿਚਾਨ ਉਹਦਾ ਇੱਕ ਤੁਹਾਡੇ ਨਾਲ ਜਿਹੜਾ ਹੈਗਾ ਜ਼ਰੂਰੀ ਗੱਲ ਇਸ ਮੁੱਦੇ 'ਤੇ ਲਿਆਉਣ ਲਈ ਤੁਹਾਡੇ ਤੋਂ ਤੁਹਾਡੀ ਨਜ਼ਰਸਾਨੀ ਚਾਹੁੰਦੇ ਹਾਂ ਕਿ ਇਹ ਕਿਤੇ ਨਾ ਕਿਤੇ ਸਾਨੂੰ ਲੱਗਦਾ ਨਹੀਂ ਕਿ ਸਿੱਖਾਂ ਦੇ ਵਿੱਚ ਆਪਸ 'ਚ ਹੀ ਪਾੜਾ ਅਸੀਂ ਪਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਸਾਨੂੰ ਏਕਾ ਇਤਫਾਕ ਜਿਹੜਾ ਹੈਗਾ ਆਪਦੇ ਪਿੰਡ ਪੱਧਰ ਤੋਂ ਹੀ ਕਰਨਾ ਚਾਹੀਦਾ। ਮੇਰਾ ਖਿਆਲ ਕਿ ਇਹ ਸਾਡੇ 'ਚ ਬਹੁਤ ਵੱਡੀ ਗਿਰਾਵਟ ਆਈ ਹੈ ਜੀ, ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਪਰ ਫਿਰ ਵੀ ਜਿਹੜਾ ਜਾਤੀਵਾਦ ਨੂੰ ਲੈ ਕੇ ਜਿਹੜਾ ਗੁਰਦੁਆਰਾ ਸਾਹਿਬਾਨ ਜਿਹੜੇ ਤਮੀਰ ਕੀਤੇ ਜਾ ਰਹੇ ਨੇ, ਤਿਆਰ ਕੀਤੇ ਜਾ ਰਹੇ ਨੇ, ਬਣਾਏ ਜਾ ਰਹੇ ਨੇ, ਚਲਾਏ ਜਾ ਰਹੇ ਨੇ, ਇਹ ਇੱਕ ਤਰ੍ਹਾਂ ਦੀ ਸਾਡੇ ਵਿੱਚ ਇੱਕ ਤਰ੍ਹਾਂ ਦੀ ਜਿਹੜੀ ਘਾਟ ਆਈ ਹੈ ਉਹਦਾ ਹੀ ਪ੍ਰਤੀਕ ਹੈ। ਔਰ ਬਾਕੀ ਰਹਿ ਗਈ ਗੱਲ ਕਿ ਮੇਰਾ ਖਿਆਲ ਕਿ ਕਿਤੇ ਵੀ ਕੋਈ ਗੁਰਦੁਆਰਾ ਆ ਉੱਥੇ ਕਿਸੇ ਨੂੰ ਵੀ ਜਾਤ ਬਰਾਦਰੀ ਕਰਕੇ ਜਾਣ ਤੋਂ ਨਹੀਂ ਰੋਕਿਆ ਜਾਂਦਾ, ਜਿਹਦੀ ਕਿ ਸਿੱਖੀ ਦੇ ਵਿੱਚ ਕੋਈ ਮਾਨਤਾ ਨਹੀਂ ਜੀ। ਇੱਥੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸੱਭੇ ਸਾਂਝੀ ਵਾਰਸ ਦਾਇਨ ਕੋਈ ਨਾ ਦੱਸੇ ਬਾਹਰਾ ਜੀ, ਉਹਦੇ ਮੁਤਾਬਿਕ ਜਿਹੜਾ ਆ ਹਾਂਜੀ ਹਰ ਇੱਕ ਦੇ ਨਾਲ ਵਿਹਾਰ ਹੁੰਦਾ ਆ। ਔਰ ਜਿਹੜਾ ਵੀ ਧਰਮ ਨੂੰ ਮੰਨਦਾ ਆ, ਸਿੱਖ ਧਰਮ ਨੂੰ ਮੰਨਦਾ, ਸਿੱਖੀ ਰੋਹ ਰੀਤਾਂ ਦੇ ਵਿੱਚ ਵਿਸ਼ਵਾਸ ਰੱਖਦਾ ਆ, ਤੇ ਉਹਦੇ ਵਾਸਤੇ ਜਿਹੜਾ ਆ ਉਹ ਨਾ ਤੇ ਉਹਦੇ ਵਾਸਤੇ ਨਹੀਂ, ਕਿਸੇ ਵਾਸਤੇ ਵੀ ਆਉਣ ਤੋਂ ਮਨਾਹੀ ਨਹੀਂ ਹੈਗੀ ਜੀ। ਉੱਥੇ ਆਣ ਕੇ ਆਪਦੀ ਪੂਜਾ ਅਰਚਨਾ ਕਰ ਸਕਦਾ ਆ, ਆਪਦੀ ਧਾਰਮਿਕ ਜਿਹੜੀਆਂ ਮਾਨਤਾਵਾਂ ਨੇ ਉਹਨਾਂ ਨੂੰ ਜਿਹੜਾ ਆ ਉੱਥੇ ਅਦਾ ਕਰ ਸਕਦਾ ਆ। ਪਰ ਇੱਕ ਰਵਾਇਤ ਬਣ ਗਈ, ਕੋਈ ਆਪਣੀ ਬਰਾਦਰੀ ਦਾ ਬਣਾਈ ਜਾਂਦਾ, ਕੋਈ ਆਪਣੀ ਬਰਾਦਰੀ ਦਾ ਬਣਾਈ ਜਾਂਦਾ ਆ, ਜਿਹਦਾ ਕੋਈ ਫਾਇਦਾ ਨਹੀਂ, ਜਿਹਦੇ ਨਾਲ ਇੱਕ ਵੰਡ ਜੀ ਹੋ ਰਹੀ ਆ, ਉਹ ਵੰਡ ਰੋਕਣੀ ਚਾਹੀਦੀ ਆ। ਉਹਦੇ ਵਿੱਚ ਆਪਾਂ ਕਹਿ ਦਈਏ ਕਿ ਕਈ ਵਾਰ ਆਪਾਂ ਸਿੱਧੇ ਧਾਰਮਿਕ ਜਥੇਬੰਦੀਆਂ ਨੂੰ ਜਾਂ ਧਾਰਮਿਕ ਪ੍ਰਬੰਧਕ ਕਮੇਟੀਆਂ ਨੂੰ ਜਾਂ ਸੰਸਥਾਵਾਂ ਨੂੰ ਆਪਾਂ ਜਿਹੜਾ ਟਾਰਗੇਟ ਕਰਨਾ ਸ਼ੁਰੂ ਕਰਦੇ ਨੇ। ਇਹ ਗੱਲ ਸਮਾਜ ਦੀ ਹੈ ਜੀ, ਇਹ ਪਿੰਡ ਪੱਧਰ ਦੀ ਹੈ ਜੀ। ਹਾਂਜੀ, ਇਹ ਪਿੰਡ ਪੱਧਰ ਤੇ ਅਜਿਹੇ ਯਤਨ ਹੋਣੇ ਚਾਹੀਦੇ ਆ। ਤੇ ਇੱਕ ਬੰਦਾ ਹੀ ਉੱਠ ਕੇ ਕੋਸ਼ਿਸ਼ ਕਰੇ ਤੇ ਉਹਦੇ ਨਾਲ 10 ਹੋਰ ਰਲ ਜਾਂਦੇ ਆ ਕਿ ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਤੇ ਜਦੋਂ ਅਜਿਹਾ ਹੱਲਾ ਮਾਰਾਂਗੇ ਤੇ ਮੇਰਾ ਖਿਆਲ ਹੈ ਕਿ ਹੋ ਕੇ ਜਿਹੜਾ ਸਾਡਾ ਜਿਹੜੀ ਸਾਡਾ ਧਰਮ ਸਾਨੂੰ ਸਿੱਖਿਆ ਦਿੰਦਾ ਆ, ਤੇ ਸ਼ਾਇਦ ਅਸੀਂ ਉਹਦੇ ਉੱਤੇ ਪਹਿਰਾ ਦੇ ਸਕੀਏ ਜੀ। ਵਲਟੋਆ ਸਾਹਿਬ, ਇੱਕ ਹੋਰ ਜਿਹੜਾ ਤੁਹਾਡੀ ਪਾਰਟੀ ਨਾਲ ਸੰਬੰਧਿਤ ਹੀ ਸਵਾਲ ਜਿਹੜਾ ਹੈਗਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਦਾ ਹੈਗਾ। ਵੱਡੇ ਬਾਦਲ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਕਿਹੋ ਜਿਹੀਆਂ ਚੁਣੌਤੀਆਂ ਤੁਹਾਨੂੰ ਲੱਗ ਰਹੀਆਂ ਨੇ ਕਿ ਉਹ ਤੁਹਾਡੀ ਪਾਰਟੀ ਦੇ ਅੱਗੇ ਦਰਪੇਸ਼ ਆ ਰਹੀਆਂ ਨੇ, ਤੇ ਬੀਜੇਪੀ ਨਾਲ ਮੁੜ ਨੌ ਮਾਸ ਦਾ ਰਿਸ਼ਤਾ ਕੀ ਭਵਿੱਖ ਵਿੱਚ ਤੁਹਾਨੂੰ ਲੱਗਦਾ ਕਿ ਜੁੜ ਸਕਦਾ? ਦੇਖੋ, ਮੈਂ ਬੇਨਤੀ ਕਰਾਂ ਜੀ, ਜਿਸ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸੰਬੰਧ ਹੈ ਜੀ, ਸ਼੍ਰੋਮਣੀ ਅਕਾਲੀ ਦਲ ਕੋਈ ਰਾਜ ਭਾਗ ਵਾਸਤੇ ਨਹੀਂ ਸੀ ਬਣਿਆ ਜੀ। ਤੇ ਨਾ ਸ਼੍ਰੋਮਣੀ ਅਕਾਲੀ ਦਲ ਦਾ ਜਦੋਂ ਇਹ ਹੋਂਦ ਚ ਆਇਆ ਟੀਚਾ ਹੀ ਸੀਗਾ ਕਿ ਅਸੀਂ ਮਤਲਬ ਰਾਜ ਸੱਤਾ ਦੇ ਵਾਸਤੇ ਹੀ ਜਿਹੜੀ ਆ ਮਤਲਬ ਕੰਮ ਕਰਨਾ ਹੈ ਜੀ। ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਮਕਸਦ ਸੀਗਾ ਸਿੱਖ ਪੰਥ ਵਾਸਤੇ, ਸਿੱਖ ਕੌਮ ਵਾਸਤੇ ਜਿਹੜਾ ਵੀ ਫਰਜ਼ ਬਣਦਾ ਇੱਕ ਰਾਜਨੀਤਿਕ ਸ਼ਕਤੀ ਦੇ ਤੌਰ ਤੇ ਉਹ ਅਦਾ ਕਰਨਾ ਜੀ। ਔਰ ਉਹਦੇ ਹੱਕਾਂ ਤੇ ਹਕੂਕਾਂ ਲਈ ਜਿਹੜਾ ਆ ਅੱਗੇ ਹੋ ਕੇ ਸੰਘਰਸ਼ ਕਰਨਾ ਜੀ। ਫਿਰ ਜਿਸ ਖਿੱਤੇ 'ਚ ਵਸਦੇ ਆ, ਪੰਜਾਬ ਇੱਕ ਖਿੱਤਾ ਆ ਜਿਹੜਾ ਸਿੱਖਾਂ ਦਾ ਖਿੱਤਾ ਆ, ਇਸ ਖਿੱਤੇ ਦੀ ਰਾਖੀ ਵਾਸਤੇ, ਇਸ ਖਿੱਤੇ ਦੇ ਹੱਕਾਂ ਤੇ ਹਿੱਤਾਂ ਲਈ ਜਿਹੜਾ ਆ ਆਪਦਾ ਰੋਲ ਅਦਾ ਕਰਨਾ, ਉਹਦੇ ਵਾਸਤੇ ਸੰਘਰਸ਼ ਕਰਨਾ। ਤੇ ਸ਼੍ਰੋਮਣੀ ਅਕਾਲੀ ਦਲ ਬੜੇ ਲੰਬੇ ਸਮੇਂ ਤੋਂ, ਚਾਹੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰ ਲਈਏ, ਹਾਂਜੀ 1920 ਤੋਂ ਲੈ ਕੇ ਹੀ, ਜਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਤੁਸੀਂ ਗੱਲ ਕਰ ਲਓਗੇ, ਲੰਬਾ ਸਮਾਂ ਕੋਈ ਆਸ ਨਹੀਂ ਸੀ ਕਿ ਪੰਜਾਬ 'ਚ ਸਰਕਾਰ ਬਣਨੀ ਹੈ। ਉਸ ਸਮੇਂ ਵੀ ਜਿਹੜਾ ਅਕਾਲੀ ਦਲ ਆਪਦੇ ਸੰਘਰਸ਼ ਕਰਦਾ ਰਿਹਾ ਹੈ, ਕੌਮ ਵਾਸਤੇ ਵੀ ਕਰਦਾ ਰਿਹਾ, ਪੰਜਾਬ ਵਾਸਤੇ ਵੀ ਕਰਦਾ ਰਿਹਾ, ਔਰ ਇੱਕ ਸਮਾਜ ਵਾਸਤੇ ਵੀ ਕਰਦਾ ਰਿਹਾ ਜੀ। ਠੀਕ ਹੈ ਕਿ ਸਮੇਂ ਨੇ ਸਰਕਾਰਾਂ ਝੋਲੀ 'ਚ ਪਾਤੀਆਂ, ਸਰਕਾਰਾਂ ਵੀ ਹੰਢਾਈਆਂ, ਪਰ ਅਕਾਲੀ ਦਲ ਨੇ ਆਪਦੀ ਸੰਘਰਸ਼ੀਲ ਜਿਹੜੀ ਪ੍ਰਵਿਰਤੀ ਸੀ ਉਹ ਨਹੀਂ ਸੀ ਛੱਡੀ। ਹਾਲਾਤ ਕੁਛ ਅਜਿਹੇ ਬਣ ਗਏ ਕਿ ਸਰਕਾਰਾਂ ਲਗਾਤਾਰ ਬਣਨ ਲੱਗ ਪਈਆਂ, ਔਰ ਜਿਹੜੀ ਇੱਕ ਅਕਾਲੀ ਸੋਚ ਸੀਗੀ ਉਹਦੇ 'ਚ ਕੁਝ ਚੇਂਜ ਆਈ,
ਕਿਉਂਕਿ ਨਵੀਆਂ ਪੀੜ੍ਹੀਆਂ ਅੱਗੇ ਆ ਗਈਆਂ। ਜੀ ਨਵੀਆਂ ਪੀੜ੍ਹੀਆਂ ਨੂੰ ਜਿਹੜਾ ਉਹ ਹੁੰਦਾ ਸੀ ਅਕਾਲੀ ਕਲਚਰ, ਕਿ ਅਕਾਲੀ ਜਿਹੜੇ ਹੁੰਦੇ ਸੀਗੇ ਉਹਨਾਂ ਦੇ ਘਰ ਦੇ ਵਿੱਚ ਇੱਕ ਝੋਲਾ ਜਿਹੜਾ ਤਿਆਰ ਹੀ ਰਹਿੰਦਾ ਸੀਗਾ, ਜਿਸ ਵਿੱਚ ਇੱਕ ਕਛਹਿਰਾ ਪਰਨਾ ਤੇ ਇੱਕ ਸੂਟ ਜਿਹੜਾ ਵਿੱਚ ਹੁੰਦਾ ਸੀਗਾ, ਕਿ ਪਤਾ ਨਹੀਂ ਕਦੋਂ ਪੁਲਿਸ ਨੇ ਲੈ ਜਾਣਾ ਜਾਂ ਕਦੋਂ ਮੋਰਚਾ ਲੱਗ ਜਾਣਾ। ਜੀ ਚਲੋ ਉਹ ਹਾਲਾਤ ਭਾਵੇਂ ਲੰਬੇ ਸਮੇਂ ਤੋਂ ਹੈ ਨਹੀਂ, ਪਰ ਫਿਰ ਵੀ ਜਿਹੜਾ ਆ ਉਹ ਜਿਹੜੀ ਸੋਚ ਸੀਗੀ ਕਿ ਕੌਮ ਵਾਸਤੇ ਪਹਿਲੋਂ ਕੰਮ ਕਰਨਾ ਆ, ਆਪਦੇ ਖਿੱਤੇ ਵਾਸਤੇ ਕੰਮ ਪਹਿਲੋਂ ਕਰਨਾ ਆ, ਉਹ ਇੱਕ ਰਾਜਨੀਤੀ ਜਿਹੜੀ ਆ ਉਹ ਭਾਰੂ ਹੋ ਗਈ। ਜੀ ਉਹ ਜਿਹੜੀ ਕਿ ਨਹੀਂ ਭਾਰੂ ਹੋਣੀ ਚਾਹੀਦੀ ਸੀਗੀ। ਠੀਕ ਹੈ ਕਿ ਜੇ ਤੁਸੀਂ ਲੋਕਾਂ ਵਾਸਤੇ ਸੇਵਾ ਕਰੋਗੇ, ਲੋਕ ਨਵਾਜਦੇ ਵੀ ਨੇ, ਲੋਕਾਂ ਨੇ ਨਵਾਜਿਆ ਵੀ ਹੈ। ਜੀ ਪਰ ਇਹ ਗੱਲ ਤੇ ਸੈਕੰਡ ਹੈ। ਸਭ ਤੋਂ ਪਹਿਲੀ ਤੇ ਗੱਲ ਹੈ ਕਿ ਅਕਾਲੀ ਦਲ ਨੂੰ ਬਿਨਾਂ ਕਿਸੇ ਮਕਸਦ ਤੋਂ, ਬਿਨਾਂ ਕਿਸੇ ਕਾਰਨ ਤੋਂ ਜਿਹੜਾ ਇੱਕ ਮਿੱਥ ਕੇ ਜਿਹੜਾ ਆ ਟਾਰਗੇਟ ਕੀਤਾ ਗਿਆ, ਇੱਕ ਗਲਤ ਪ੍ਰਚਾਰ ਕੀਤਾ ਗਿਆ। ਮੈਨੂੰ ਇਸ ਗੱਲ ਦਾ ਕੋਈ ਕਹਿਣ ਤੋਂ ਝਿਜਕ ਨਹੀਂ, ਜਿਹਦੇ ਵਿੱਚ ਵੱਖ-ਵੱਖ ਮੀਡੀਆ ਅਦਾਰਿਆਂ ਨੇ ਵੀ, ਜੀ ਚਾਹੇ ਉਹ ਵੈਬ ਚੈਨਲ ਹੈ, ਚਾਹੇ ਸੋਸ਼ਲ ਮੀਡੀਆ ਆ, ਇਹਨੇ ਵੀ ਬੜਾ ਵੱਡੇ ਪੱਧਰ ਤੇ ਰੋਲ ਅਦਾ ਕੀਤਾ। ਲੋਕਾਂ ਦੇ ਮਨ 'ਚ ਇੱਕ ਪਰਸੈਪਸ਼ਨ ਬਣਾਤੀ ਜਿਵੇਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਤਾਂ ਸਿੱਖ ਵਿਰੋਧੀ ਹੈ। ਜੀ ਅਜਿਹਾ ਪ੍ਰਚਾਰ ਜਿਹੜਾ ਆ ਸਿਰਫ ਆਪਣੀ TRP ਲੈਣ ਵਾਸਤੇ, ਆਪਦੇ ਵਿਊਜ਼ ਲੈਣ ਵਾਸਤੇ ਹੀ ਇੱਕ ਧੜਾ ਜਿਹੜਾ ਪਰੋਸਿਆ ਗਿਆ, ਤੇ ਪਰੋਸਣ ਦੇ ਪਿੱਛੇ ਇੱਕ ਚਲਾਉਣ ਵਾਲੀ ਜਿਹੜੀ ਹੁੰਦੀ ਹੈ, ਜਦੋਂ ਤੁਸੀਂ ਕੰਮ ਕਰਦੇ ਤੁਹਾਨੂੰ ਕਿਹੜਾ ਪਤਾ ਨਹੀਂ ਲੱਗਦਾ, ਪਿੱਛੇ ਏਜੰਸੀਆਂ ਹੁੰਦੀਆਂ ਨੇ। ਜੀ ਏਜੰਸੀਆਂ ਅਜਿਹਾ ਜਿਹੜਾ ਤੁਹਾਡੇ ਸਾਹਮਣੇ ਸਾਰਾ ਕੁਝ ਸਿਰਜਦੀਆਂ ਨੇ ਕਿ ਤੁਹਾਨੂੰ ਉਹਦਾ ਪਤਾ ਵੀ ਨਹੀਂ ਲੱਗਦਾ। ਉਹਦਾ ਆਟੋਮੈਟਿਕ ਜਿਹੜਾ ਆ ਕੋਈ ਸਮਾਜ, ਕੋਈ ਕਹਿ ਲਈਏ ਕਿ ਧੜਾ ਜਿਹੜਾ ਆ, ਜਾਂ ਕੋਈ ਪਾਰਟੀ ਜਿਹੜੀ ਆ, ਜਾਂ ਕੋਈ ਲੋਕ ਜਿਹੜੇ ਨੇ ਉਹਦਾ ਸ਼ਿਕਾਰ ਹੋ ਜਾਂਦੇ ਨੇ। ਹਰੇਕ ਪਾਰਟੀ ਦੇ ਆਪਦੇ ਕੋਲ IT ਵਿੰਗ ਨੇ, ਉਹ ਆਪਦਾ ਕਾਊਂਟਰ ਪਾਰਟ ਵੀ ਦੇਖਦੀ ਹੈ, ਤੁਸੀਂ ਵੀ ਦੇਖਦੇ ਹੋ, ਤੇ ਫਿਰ ਮੀਡੀਆ ਹਾਊਸਿਸ ਤੁਹਾਨੂੰ ਕਿਵੇਂ ਲੱਗਦਾ ਕਿ ਉਹ ਬਾਈਸ ਕੰਮ ਕਰਦੇ ਆ, ਇੱਕ ਪਾਸੇ ਇੱਕ ਤਰਫਾ ਕੰਮ ਕਰਦੇ? ਦੇਖੋ, IT ਵਿੰਗ ਪਹਿਲੀ ਤੇ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਮਿੱਥ ਕੇ ਕੋਈ ਕਿਸੇ ਦੇ ਵਿਰੁੱਧ ਪ੍ਰਚਾਰ ਨਹੀਂ ਕੀਤਾ ਜੀ। ਇਹ ਤਾਂ ਸਾਡੇ ਇੱਕ IT ਵਿੰਗ ਦੀ ਆ। ਦੂਜੀ ਗੱਲ ਜਿਹੜੀ ਆ, ਅਸੀਂ ਜਿਹੜਾ ਆ ਪੋਜ਼ਿਟਿਵਿਟੀ ਤੱਕ ਸੀਮਿਤ ਰਹੇ ਹਾਂ ਜੀ, ਵੀ ਆਪਦਾ ਪੋਜ਼ਿਟਿਵ ਜਿਹੜਾ ਆ ਜੋ ਸਾਡੇ ਕੋਲ ਹੈਗਾ ਉਹਦਾ ਪ੍ਰਚਾਰ ਕਰੀਏ ਜੀ। ਪਰ ਜਿਹੜੀ ਨੈਗੇਟਿਵਿਟੀ ਹੈ, ਨੈਗੇਟਿਵਿਟੀ ਬਹੁਤ ਜਲਦੀ ਫੈਲਦੀ ਹੈ ਜੀ। ਨੈਗੇਟਿਵਿਟੀ ਬਹੁਤ ਅਸਰ ਕਰਦੀ ਹੈ। ਤੁਸੀਂ ਇੱਕ ਪੋਜ਼ਿਟਿਵ ਪੋਸਟ ਪਾ ਦਿਓ, ਹੋ ਸਕਦਾ ਕਿ ਤੁਸੀਂ ਦੇਖੋਗੇ ਜਾਂ 100 ਬੰਦਾ ਦੇਖੂਗਾ ਜੀ। ਹਾਂਜੀ, ਦੇਖ ਕੇ ਛੱਡ। ਜਿੱਥੇ ਨੈਗੇਟਿਵ ਹੋਊਗੀ, ਭਾਵੇਂ ਕਿ ਅੱਜ ਹੁਣ ਨੈਗੇਟਿਵ ਕਰਕੇ ਹੀ ਲੋਕਾਂ ਤੇ ਬਾਹਲਾ ਕੋਈ ਹੁੰਦਾ ਨੀਗਾ, ਪਰ ਉਸ ਸਮੇਂ ਕਿਉਂਕਿ ਸੋਸ਼ਲ ਮੀਡੀਆ ਨਵਾਂ ਸੀਗਾ ਤੇ ਜਿਹੜੀ ਗੱਲ ਲੋਕਾਂ ਸਾਹਮਣੇ ਪਰੋਸੀ ਜਾਂਦੀ ਸੀ ਤੇ ਲੋਕੀ ਸੱਚ ਸਮਝਦੇ ਸੀ, ਅੱਗੇ ਵਾਇਰਲ ਹੁੰਦੀ ਸੀਗੀ। ਹਾਂਜੀ, ਇਸ ਕਰਕੇ ਉਹ ਜਿਹੜੀ ਵਾਇਰਲ ਹੋਈ ਉਹਨੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕੀਤਾ। ਮੈਂ ਨਹੀਂ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਕੋਲੋਂ ਰਾਜ ਭਾਗ ਕਰਦਿਆਂ ਕੋਈ ਗਲਤੀਆਂ ਨਹੀਂ ਹੋਈਆਂ ਜਾਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੀ। ਕਿ ਅੱਜ ਜਿਹੜਾ 1.25 ਸਾਲ ਵਾਲੇ ਇਹਨਾਂ 'ਚ ਮੈਂ ਕਿੰਨੀਆਂ ਗਲਤੀਆਂ ਕੱਢਣਾ ਜੀ, ਇਹ ਖੁਦ ਮੈਂ ਕੱਢ ਦੇਣਾ। ਹਾਂਜੀ, ਉਸ ਪਾਸੇ ਜੇ ਤੁਸੀਂ ਜਾਣਾ ਚਾਹੁੰਦੇ ਜੇ। ਇਸ ਕਰਕੇ ਜਿਹੜਾ ਆ ਮਤਲਬ ਸਰਕਾਰਾਂ ਘਰ ਚਲਾਉਂਦੇ, ਕਿਸੇ ਕੋਲੋਂ ਕਮੀਆਂ ਰਹਿ ਜਾਂਦੀਆਂ ਤੇ ਫਿਰ ਸਰਕਾਰਾਂ ਨੇ। ਪਰ ਮੇਰਾ ਕਹਿਣ ਦਾ ਮਤਲਬ ਹੈ ਕਿ ਅਕਾਲੀ ਦਲ ਜਿਹੜਾ ਹੈ ਇਹ ਲੋਕਾਂ ਦੀ ਪਾਰਟੀ ਹੈ, ਪੰਜਾਬ ਦੀ ਪਾਰਟੀ ਹੈ, ਸਿੱਖਾਂ ਦੀ ਪਾਰਟੀ ਹੈ। ਅਕਾਲੀ ਦਲ ਨੂੰ ਵੀ, ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ, ਔਰ ਅਕਾਲੀ ਦਲ ਦੇ ਢਾਂਚੇ ਦੇ ਵਿੱਚ ਕੰਮ ਕਰਨ ਵਾਲਿਆਂ ਸਾਰਿਆਂ ਨੂੰ ਵੀ ਅਕਾਲੀ ਸੋਚ ਲੈ ਕੇ ਚੱਲਣਾ ਚਾਹੀਦਾ ਆ। ਔਰ ਅਕਾਲੀ ਦਲ ਜਿਹੜਾ ਆ, ਠੀਕ ਹੈ, ਕੋਈ ਉਤਰਾਅ ਚੜਾਅ ਚੱਲਦੇ ਰਹਿੰਦੇ ਆ ਜੀ। ਬਾਕੀ ਜਿਹੜਾ ਲੋਕਾਂ ਨੂੰ ਜਿਹੜਾ ਇੱਕ ਸੀਗਾ ਕਿ ਪਹਿਲੋਂ ਕੈਪਟਨ ਅਮਰਿੰਦਰ ਸਿੰਘ ਝੂਠ ਮਾਰ ਕੇ, ਠੱਗੀ ਮਾਰ ਕੇ, ਧੋਖਾ ਦੇ ਕੇ, ਵੱਡੀਆਂ ਵੱਡੀਆਂ ਗੱਲਾਂ ਕਰਕੇ ਸਰਕਾਰ ਬਣਾ ਗਏ ਜੀ। ਇਹ ਆ ਗਏ, ਇਹ ਨਵੀਆਂ ਗੱਲਾਂ ਬਦਲਾ ਦੇ ਨਾਂ ਤੇ ਹੋਰ ਗਰੰਟੀਆਂ ਦੇ ਕੇ ਇਹ ਸਰਕਾਰ ਬਣਾ ਗਏ ਜੀ। ਹੁਣ ਜੋ ਲੋਕਾਂ ਦੇ ਮਨਾਂ ਤੇ ਇਹਨਾਂ ਦਾ ਅਸਰ ਹੈ, ਜੋ ਕਾਂਗਰਸ ਨਾਲ ਹੋਈ ਉਹੀ ਇਹਨਾਂ ਨਾਲ ਹੋਣੀ ਹੈ ਜੀ। ਇਸ ਕਰਕੇ ਇਹ ਤਾਂ ਕਿਸੇ ਨੂੰ ਉਹਲਾ ਹੈ ਨੀ ਗਾ। ਤੇ ਭੌਂਕੇ ਜਿਹੜਾ ਆ, ਅਸੀਂ ਆਪਦੀ ਚਾਲੇ ਚੱਲ ਰਹੇ ਹਾਂ, ਉਸੇ ਚਾਲੇ ਚੱਲਦੇ ਰਹਿਣਾ ਚਾਹੀਦਾ ਹੈ। ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰਨਾ ਚਾਹੀਦਾ ਹੈ। ਅਕਾਲੀ ਸੋਚ ਨੂੰ ਪਰਪੱਕ ਕਰਨਾ ਚਾਹੀਦਾ ਆ, ਉਹਦੇ ਤੇ ਪਹਿਰਾ ਦੇਣਾ ਚਾਹੀਦਾ ਹੈ। ਤੇ ਆਉਣ ਵਾਲੇ ਸਮੇਂ 'ਚ ਫਿਰ ਜਿਹੜੀ ਆ ਪੰਜਾਬ ਦੀ ਸ਼ਕਤੀ ਬਣ ਕੇ ਜਿਹੜਾ ਅਕਾਲੀ ਦਲ ਉੱਭਰੂਗਾ। ਪਰ ਇਹ 'ਚ ਕੋਈ ਦਰਾਮਾ ਨਹੀਂ ਗਾ। ਪ੍ਰਕਾਸ਼ ਸਿੰਘ ਬਾਦਲ ਵਰਗੀ ਸ਼ਖਸੀਅਤ ਜਦੋਂ ਜਾਂਦੀ ਹੈ ਉਦੋਂ ਇਕੱਲੀ ਇੱਕ ਪਾਰਟੀ ਨੂੰ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਉਹ ਸਰਮੌਰ ਸੀਗੇ, ਉਹਨਾਂ ਨੂੰ ਘਾਟ ਹੈ। ਪ੍ਰਕਾਸ਼ ਸਿੰਘ ਬਾਦਲ ਵਰਗੀ ਸੋਚ, ਉਹਨਾਂ ਵਰਗੀ ਦ੍ਰਿੜਤਾ, ਉਹਨਾਂ ਵਰਗਾ ਲੋਕਾਂ ਦੇ ਵਿੱਚ ਵਿਚਰਨ ਵਾਲਾ ਆਗੂ, ਇੱਕ ਨਿਮਰ ਸੁਭਾਅ ਵਾਲਾ,
ਹਾਂਜੀ, ਦ੍ਰਿੜ ਇਰਾਦੇ ਵਾਲਾ, ਜਿਹਨੇ ਲੰਬਾ ਸਮਾਂ ਸੰਘਰਸ਼ ਕੀਤੇ, ਜੇਲ੍ਹਾਂ ਕੱਟੀਆਂ, ਔਰ ਜਿਹੜੀ NSA ਦੀ ਅਸੀਂ ਅੱਜ ਗੱਲ ਕਰਦੇ ਹਾਂ, 2 ਵਾਰ ਉਹਨਾਂ ਤੇ NSA ਲੱਗੀ, ਪੰਚਮੜੀ ਵਰਗੀਆਂ ਤੇ ਕੋਇੰਬਟੂਰ ਵਰਗੀਆਂ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਬੰਦ ਰੱਖਿਆ ਗਿਆ। ਤੇ ਪੰਜਾਬ ਦੀ ਮੇਰਾ ਖਿਆਲ ਕੋਈ ਵਿਰਲੀ ਜੇਲ੍ਹ ਹੋਣੀ ਜਿਹੜੀ ਉਹਨਾਂ ਨਾ ਦੇਖੀ ਹੋਵੇ, ਤੇ ਦਿੱਲੀ ਦੀ ਤਿਹਾੜ ਜੇਲ੍ਹ, ਅੰਬਾਲਾ ਜੇਲ੍ਹ, ਕਰਨਾਲ ਜੇਲ੍ਹ, ਪਤਾ ਨਹੀਂ ਕਿਹੜੀਆਂ ਜੇਲ੍ਹਾਂ ਉਹਨਾਂ ਨੇ ਦੇਖੀਆਂ ਸੀਗੀਆਂ। ਕਈ ਵਾਰ ਜ਼ਿਕਰ ਕਰਦੇ ਹੁੰਦੇ ਸੀ, ਉਹਨਾਂ ਨੂੰ ਤੇ ਇਹ ਨਹੀਂ ਸੀ ਪਤਾ, ਗਿਣਤੀ ਦਾ ਨਹੀਂ ਸੀ ਪਤਾ ਕਿ ਮੈਂ ਕਿੰਨੀ ਕੁ ਵਾਰ ਜੇਲ੍ਹ 'ਚ ਗਿਆ। ਹਾਂਜੀ, ਜਿਨ੍ਹਾਂ ਨੇ ਲੰਬਾ ਸਮਾਂ ਹੈ। ਔਰ ਸਭ ਤੋਂ ਪਹਿਲਾਂ ਕਿਤੇ ਵੀ ਮੋਰਚਾ ਲੱਗਦਾ, ਸਭ ਪ੍ਰਕਾਸ਼ ਸਿੰਘ ਬਾਦਲ ਖੁਦ ਪਹਿਲੇ ਜਥੇ ਦੀ ਅਗਵਾਈ ਕਰਦੇ ਸੀਗੇ, ਸਭ ਤੋਂ ਪਹਿਲਾਂ ਜੇਲ੍ਹ 'ਚ ਜਾਂਦੇ ਸੀਗੇ। ਤੇ ਜਿਹੜੇ ਇਹੋ ਜਿਹੇ ਸੰਘਰਸ਼ੀ ਜਦੋਂ ਤੁਰ ਜਾਂਦੇ ਨੇ, ਸਿਆਣੇ ਸੂਝਵਾਨ ਆਗੂ ਤੁਰ ਜਾਂਦੇ ਨੇ, ਔਰ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੋਵੇ ਤੁਰ ਜਾਂਦੇ ਨੇ, ਕੁਦਰਤੀ ਘਾਟ ਤੇ ਆਉਂਦੀ ਹੈ। ਪਰ ਫਿਰ ਵੀ ਕਿਉਂਕਿ ਅਕਾਲੀ ਦਲ ਕੋਲ ਇੱਕ ਵਿਰਾਸਤ ਹੈ, ਉਸ ਵਿਰਾਸਤ ਤੇ ਪਹਿਰਾ ਦਿੰਦੇ ਹੋਇਆ ਅਕਾਲੀ ਦਲ ਜਿਹੜਾ ਆ ਬਿਲਕੁਲ ਮਜ਼ਬੂਤ ਹੈ, ਆ ਢਾਂਚਾ ਮਜ਼ਬੂਤ ਹੈ, ਵਰਕਰ ਨਾਲ ਖਲੋਤਾ ਆ। ਲੋਕਾਂ ਦੇ ਵਿੱਚ ਭੌਂਕ ਜਿਹੜੀ ਆ, ਜਿੱਥੇ ਅਕਾਲੀ ਦਲ ਦੇ ਪ੍ਰਤੀ ਵੀ ਅਸੀਂ ਕਿਸੇ ਤਰੀਕੇ ਨਾਲ ਅਕਾਲੀ ਦਲ ਤੋਂ ਦੂਰ ਚਲੇ ਗਏ, ਗਲਤ ਹੋ ਗਿਆ ਹੈ, ਸਾਡੀ ਆਪਦੀ ਪਾਰਟੀ ਹੈ, ਸਾਡੀ ਖੇਤਰੀ ਪਾਰਟੀ ਹੈ, ਉਹ ਅੱਗੇ ਵਧਣੀ ਚਾਹੀਦੀ ਹੈ। ਔਰ ਭੌਂਕ ਜਿਹੜਾ ਫਿਰ ਅਕਾਲੀ ਦਲ ਇੱਕ ਮਜ਼ਬੂਤ ਪਾਰਟੀ ਦੇ ਤੌਰ ਤੇ ਉੱਭਰੇਗਾ। ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਤੁਸੀਂ ਬੜੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਵੱਡੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੋਂ ਬਾਅਦ ਖੇਤਰੀ ਪਾਰਟੀ ਦੀ ਹੋਂਦ ਨੂੰ ਕਾਇਮ ਰੱਖਣ ਲਈ ਅਕਾਲੀ ਦਲ ਦੇ ਕੀ ਉਪਰਾਲੇ ਰਹਿਣਗੇ ਜੀ? ਕਿਉਂਕਿ ਅਸੀਂ ਇਹ ਸਵਾਲ ਹਰ ਇੱਕ ਪਾਰਟੀ ਦੇ ਨੁਮਾਇੰਦਿਆਂ ਨਾਲ ਹੀ ਕਰਦੇ ਹਾਂ ਕਿ ਪੰਜਾਬ ਦੀ ਮੁੱਦਿਆਂ ਨੂੰ, ਮਸਲਿਆਂ ਨੂੰ ਜੇਕਰ ਕੋਈ ਅੱਛੇ ਤਰੀਕੇ ਨਾਲ ਢੰਗ ਨਾਲ ਰੱਖ ਸਕਦਾ ਹੈ, ਉਹਨਾਂ 'ਤੇ ਪਹਿਰਾ ਦੇ ਸਕਦਾ ਹੈ, ਉਹਨਾਂ ਨੂੰ ਮੁਕੰਮਲ ਮੁੱਦਿਆਂ ਨੂੰ ਖ਼ਤਮ ਕਰ ਸਕਦਾ ਹੈ ਆਪਣੇ ਐਫਰਟਸ ਦੇ ਨਾਲ, ਤਾਂ ਉਹ ਖੇਤਰੀ ਪਾਰਟੀ ਹੁੰਦੀ ਹੈ। ਕਿ ਤੁਹਾਨੂੰ ਲੱਗਦਾ ਕਿ BJP ਦੀ ਲੋੜ ਤੁਹਾਨੂੰ ਭਵਿੱਖ ਦੇ ਵਿੱਚ ਪੈ ਸਕਦੀ ਹੈ, ਜਾਂ ਖੇਤਰੀ ਪਾਰਟੀ ਦੇ ਆਪਦੇ ਹੌਸਲੇ ਇੰਨੇ ਬੁਲੰਦ ਆ ਕਿ ਉਹ ਹੋਰ ਕਾਇਮ ਹੋਣਗੇ? ਕਿਹੋ ਜਿਹੇ ਉਪਰਾਲੇ ਹੋਣਗੇ? ਦੇਖੋ, ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸੰਬੰਧ ਹੈ, ਮੇਰੇ ਖਿਆਲ ਪੰਜਾਬ ਦੀ ਇੱਕੋ ਇੱਕ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਹੈ ਜੀ। ਔਰ ਜਿੱਥੇ ਸਿੱਖਾਂ ਦੀ ਬਹੁਤ ਗਿਣਤੀ ਹੈ ਤੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਪਾਰਟੀ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਸਿੱਖੀ ਜਿਹੜੇ ਆ ਖੱਖੜੀਆਂ ਕਰੇਲੇ ਹੋਏ ਪਏ ਹੈ ਸਾਡੇ ਸਮਾਜ ਦੇ ਵਿੱਚ। ਮਤਲਬ ਅਸੀਂ ਅਣਖਾਂ ਦੀ ਗੱਲ ਕਰਦੇ ਸੀ, ਅੱਜ ਪਤਾ ਨਹੀਂ ਅਣਖ ਸਾਡੀ ਕਿੱਥੇ ਚਲੇ ਗਈ ਹੈ। ਉੱਡਦੀਆਂ ਫੜਦੇ ਹੈ ਤੇ ਫਿਰ ਬਾਅਦ ਚ ਪਛਤਾਉਣੇ ਹੈ ਜੀ। ਹਾਂਜੀ, ਉਹ ਚਲੋ ਹਰੇਕ ਦੀ ਆਪੋ ਆਪਣੀ ਸੋਚ ਹੈ, ਮੈਂ ਕਿਸੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ। ਪਰ ਜੇ ਪੰਜਾਬ ਦੀ ਖੇਤਰੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਆ, ਜੇ ਸਿੱਖਾਂ ਦੀ ਰਾਜਨੀਤਿਕ ਪਾਰਟੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਆ। ਹਾਂਜੀ, ਕਿਉਂਕਿ ਪੀੜ੍ਹੀਆਂ ਚੇਂਜ ਹੋ ਗਈਆਂ। ਜਿਹੜਾ ਉਹ ਕਲਚਰ ਸੀਗਾ, ਜਿਹੜਾ ਅੱਜ ਦੀ ਜਿਹੜੀਆਂ ਪੀੜ੍ਹੀਆਂ ਨੇ, ਜਾਂ ਜਿਹੜਾ ਅੱਜ ਦਾ ਉਹ ਵਰਗ ਹੈ ਜਿਹੜਾ ਵਿਚਰਿਆ ਹੈ, ਉਹਨਾਂ ਨੂੰ ਅਕਾਲੀ ਦਲ ਦੇ ਇਤਿਹਾਸ ਦਾ, ਅਕਾਲੀ ਦਲ ਦੀ ਪਰੰਪਰਾ ਦਾ, ਅਕਾਲੀ ਦਲ ਦੀਆਂ ਮਾਰੀਆਂ ਹੋਈਆਂ ਤੇਗਾਂ ਦਾ ਪਤਾ ਹੀ ਨਹੀਂ। ਉਹ ਇਹੀ ਸਮਝਦੇ ਰਹੇ ਕਿ ਅਕਾਲੀ ਦਲ ਜਿਹੜਾ ਆ ਇਹ ਤੇ ਯਾਰ ਰਾਜ ਭਾਗੀ ਕਰਦਾ ਰਿਹਾ। ਕਈਆਂ ਨੂੰ ਤਾਂ ਇਹ ਨਹੀਂ ਸੀ ਪਤਾ ਕਿ ਸਰ ਪ੍ਰਕਾਸ਼ ਸਿੰਘ ਬਾਦਲ ਵੀ ਜਿਹੜਾ ਆ ਉਹ ਜੇਲ੍ਹਾਂ 'ਚ ਰਿਹਾ, ਬੜੇ ਤਸ਼ੱਦਦ ਝੱਲੇ, ਜਾਂ ਮਤਲਬ ਕਹਿ ਰਹੀਏ ਕਿ ਬੜੇ ਜਫਰ ਜਾਲੇ ਸੀਗੇ, ਤਾਦੇ ਇੱਥੋਂ ਤੱਕ ਪਹੁੰਚੇ ਸੀਗੇ। ਹੁਣ ਜਦੋਂ ਉਹਨਾਂ ਦੀ ਅਕਾਲ ਚਲਾਣੇ ਤੋਂ ਬਾਅਦ ਮੀਡੀਆ ਦੇ ਵਿੱਚ ਉਹਨਾਂ ਦੇ ਜੀਵਨ ਬਾਰੇ ਜਿਹੜਾ ਕਈ ਕੁਛ ਆਇਆ, ਤੇ ਕਈ ਸਾਨੂੰ ਕਹਿੰਦੇ ਰਹੇ ਕਿ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ। ਕਈ ਨੌਜਵਾਨ ਕਹਿੰਦੇ ਰਹੇ, ਕਈਆਂ ਨੇ ਕਿਹਾ ਸਾਨੂੰ ਕਿ ਸਾਨੂੰ ਤਾਂ ਬਾਦਲ ਸਾਹਿਬ ਬਾਰੇ ਇਸ ਪੱਖ ਦਾ ਪਤਾ ਹੀ ਨਹੀਂ ਸੀ। ਅਸੀਂ ਸਮਝਦੇ ਸੀ ਕਿ ਬਾਦਲ ਸਾਹਿਬ ਮੁੱਖ ਮੰਤਰੀ ਬਣਦੇ ਰਹੇ। ਹਾਂਜੀ, ਇਸ ਕਰਕੇ ਜਿਹੜਾ ਆ ਉਹ ਅੱਜ ਦੀ ਜਿਹੜਾ ਵੋਟਰ ਆ, ਉਹਨਾਂ ਚੋਂ ਬਾਹਲਿਆਂ ਨੂੰ ਇਹ ਪਤਾ ਹੀ ਨਹੀਂ ਅਕਾਲੀ ਦਲ ਦਾ ਇਤਿਹਾਸ ਕੀ ਆ, ਜਾਂ ਅਕਾਲੀ ਦਲ ਦੇ ਨਾਲ ਸਾਡੀਆਂ ਰੂਟਸ ਕਿਵੇਂ ਜੁੜੀਆਂ ਹੋਈਆਂ ਨੇ। ਤੇ ਹੁਣ ਜਿਹੜਾ ਉਸ ਗੱਲ ਦੀ ਜਿਹੜੀ ਜਾਗਰਤੀ ਆ ਅੱਜ ਦੇ ਨੌਜਵਾਨ ਦੇ ਵਿੱਚ, ਅੱਜ ਦੇ ਵੋਟਰ ਦੇ ਵਿੱਚ ਵੀ ਭੌਂਕੇ ਆ ਰਹੀ ਹੈ ਕਿ ਸਾਡਾ ਜੇ ਹੈ ਕੋਈ ਵਾਲੀ ਵਾਰਸ ਤੇ ਉਹ ਸ਼੍ਰੋਮਣੀ ਅਕਾਲੀ ਦਲ ਹੈ। ਬਾਕੀ ਰਹਿ ਗਈ ਜਿਹੜੀ ਤੁਸੀਂ ਗੱਲ ਕੀਤੀ ਭਾਰਤੀ ਜਨਤਾ ਪਾਰਟੀ ਦੀ, ਭਾਰਤੀ ਜਨਤਾ ਪਾਰਟੀ ਨਾਲ ਸਾਡਾ ਗੱਠਜੋੜ ਰਿਹਾ ਸੀਗਾ। ਉਸ ਸਮੇਂ ਦੀ ਜਿੱਥੇ ਰਾਜਨੀਤਿਕ ਲੋੜ ਸੀਗੀ, ਉੱਥੇ ਸਮਾਜਿਕ ਲੋੜ ਵੀ ਸੀਗੀ। ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹ ਪਿੰਡਾਂ ਦੀ ਪਾਰਟੀ ਹੈ। ਇਹ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਜਿਹੜੀ ਹੈ ਇਹ ਪੇਂਡੂ ਕਲਚਰ ਦੇ ਨਾਲ ਜੁੜੀ ਹੋਈ ਪਾਰਟੀ ਹੋਣ ਕਰਕੇ ਹੀ ਇਹ ਮਜ਼ਬੂਤ ਸੀ। ਸ਼ਹਿਰਾਂ ਦੇ ਵਿੱਚ ਸ਼ੁਰੂ ਤੋਂ ਹੀ ਅਕਾਲੀ ਦਲ, ਕਿਉਂਕਿ ਇਹਨੂੰ ਇੱਕ ਸਿੱਖਾਂ ਦੀ ਪਾਰਟੀ ਤੌਰ ਤੇ ਦੇਖਿਆ ਜਾਂਦਾ ਕਿ ਭਾਵੇਂ ਕਿ ਕਦੇ ਵੀ ਇਸ ਗੱਲ ਦਾ ਹੈ ਨਹੀਂ ਕਿ ਸਾਰਿਆਂ ਦੀ ਸਾਂਝੀ ਪਾਰਟੀ ਹੈ। ਇਹਦੇ ਵਿੱਚ ਕਿਸੇ ਵੀ ਧਰਮ ਦਾ ਬੰਦਾ, ਕਿਸੇ ਵੀ ਵਰਗ ਦਾ ਬੰਦਾ ਇਹਦੇ 'ਚ ਕੰਮ ਕਰ ਸਕਦਾ ਹੈ, ਅੱਗੇ ਆ ਸਕਦਾ, ਸੇਵਾ ਕਰ ਸਕਦਾ, ਪੰਜਾਬ ਦੀ ਸੇਵਾ ਕਰੇ, ਹਾਂਜੀ, ਲੋਕਾਂ ਦੀ ਸੇਵਾ ਕਰੇ। ਪਰ ਫਿਰ ਵੀ ਇਹਨੂੰ ਵਿਸ਼ੇਸ਼ ਤੌਰ ਤੇ ਜਿਹੜੀ ਸਿੱਖਾਂ ਦੀ ਪਾਰਟੀ ਦੇ ਤੌਰ ਤੇ ਦੇਖਣ ਕਰਕੇ ਜਿਹੜਾ ਆ ਸ਼ਹਿਰੀ ਵਰਗ ਵੱਲੋਂ ਕਦੇ ਵੀ ਵੱਡਾ ਹੁੰਗਾਰਾ ਨਹੀਂ ਮਿਲਿਆ। ਇਸ ਕਰਕੇ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਦਾ ਕਾਰਨ ਵੀ ਸੀਗਾ ਕਿਉਂਕਿ ਉਹਨਾਂ ਦਾ ਵੋਟਰ ਜਿਹੜਾ ਵੋਟ ਬੈਂਕ ਆ ਉਹ ਸ਼ਹਿਰੀ ਸੀਗਾ। ਤੇ ਦੋਨੋਂ ਧਿਰਾਂ ਰਲ ਕੇ ਜਿਹੜੀਆਂ ਇੱਕ ਮਜ਼ਬੂਤ ਰਾਜਨੀਤਿਕ ਧਿਰ ਬਣ ਕੇ
ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਵੀ ਜਿਹੜਾ ਕਾਮਯਾਬ ਹੁੰਦੀਆਂ ਰਹੀਆਂ ਨੇ। ਜੀ। ਤੇ ਆਉਣ ਵਾਲੇ ਸਮੇਂ 'ਚ ਜਿੱਦ ਤੱਕ ਦੂਸਰਾ ਸੀਗਾ ਕਿ ਉਸ ਸਮੇਂ ਇਹ ਵੀ ਲੋੜ ਸੀਗੀ ਕਿ ਇੱਕ ਮੈਸੇਜ ਜਿਹੜਾ ਜਾਵੇ ਕਿ ਇੱਕ ਭਾਈਚਾਰਕ ਸਾਂਝ ਜਿਹੜੀ ਪੰਜਾਬ ਦੇ ਅੰਦਰ ਆ ਉਹਦਾ ਵੀ ਇੱਕ ਪ੍ਰਤੀਕ ਸੀਗੀ ਜੀ। ਹਾਂਜੀ, ਉਹ ਚਲੋ ਹੁਣ ਸਮਾਂ ਲੰਘ ਗਿਆ ਆ, ਹੁਣ ਗਾਂ ਅਜੇ ਤਾਂ ਨਾ ਤਾਂ ਕੋਈ ਗੱਲ ਹੈ ਨਾ ਕੋਈ ਚਰਚਾ ਆ। ਹਾਂਜੀ, ਤੇ ਕੀ ਬਣਦਾ ਕੀ ਨਹੀਂ ਬਣਦਾ, ਮੈਂ ਤਾਂ ਪਹਿਲੋਂ ਗੱਲ ਨਿਬੇੜਦੀ ਵੀ ਅਕਾਲੀ ਦਲ ਕੋਈ ਰਾਜ ਭਾਗ ਵਾਸਤੇ ਨਹੀਂ। ਮੈਂ ਤਾਂ ਕਈ ਵਾਰ ਮੀਟਿੰਗ 'ਚ ਵੀ ਆਪਦੀ 'ਚ ਕਿਹਾ ਆ, ਆਪਦੀ ਹਾਈ ਕਮਾਂਡ ਦੀ ਮੀਟਿੰਗ ਦੇ ਵਿੱਚ ਵੀ ਕਿਹਾ ਆ ਕਿ ਭਾਈ ਇੱਥੇ ਕਈ ਸੱਜਣ ਆਉਂਦੇ ਆ ਜਿਹੜੇ ਕਿ ਆਪਾਂ ਇੰਝ ਕਰੀਏ ਜੀ, ਆਪਾਂ ਸਰਕਾਰ ਬਣਾਵਾਂਗੇ ਜੀ, ਐਂ ਕਰੀਏ ਜਾਂ ਆਪਾਂ ਚੋਣਾਂ ਜਿੱਤ ਜੀਏ। ਇਹ ਸਾਰਾ ਕੁਝ ਛੱਡ ਕੇ ਅਕਾਲੀ ਕਲਚਰ ਪੈਦਾ ਕਰਕੇ ਅਕਾਲੀ ਕਲਚਰ ਦੀ ਸੋਚ ਦੇ ਉੱਤੇ ਪਹਿਰਾ ਦੇ ਕੇ ਅੱਗੇ ਵਧੋ। ਜੀ, ਜਾਂਦੇ ਜਾਂਦੇ ਫਿਰ ਇਹ ਵੀ ਦੱਸ ਜੋ ਵਿਰਸਾ ਸਿੰਘ ਵਲਟੋਹਾ ਜੀ ਕਿ ਜਥੇਦਾਰ ਸਾਹਿਬ ਦੇ ਸ਼ਿਰਕਤ ਕਰਨ ਦੇ ਨਾਲ ਮੰਗਣੀ ਸਮਾਗਮਾਂ ਦੇ ਤੁਹਾਡੇ ਮਨ ਨੂੰ ਠੇਸ ਪਹੁੰਚੀ ਸੀ। ਹੁਣ ਵੀ ਇਹ ਖਬਰਾਂ ਜਿਹੜੀਆਂ ਹੈਗੀਆਂ ਉਹ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸੋਸ਼ਲ ਮੀਡੀਆ 'ਤੇ ਕਿ ਜਥੇਦਾਰ ਜੀ ਨੂੰ ਹੋ ਸਕਦਾ ਭਵਿੱਖ ਦੇ ਵਿੱਚ ਲਾਂਭਾ ਕੀਤਾ ਜਾ ਸਕੇ। ਮਨ ਦੀ ਠੇਸ ਤੇ ਪੰਥ ਦੀ ਅਗਵਾਈ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਕੀ ਕਹਿਣਾ ਚਾਹੋਗੇ? ਦੇਖੋ, ਜਿੱਥੋਂ ਤੱਕ ਮੇਰੀ ਉਸ ਪੋਸਟ ਦਾ ਸੰਬੰਧ ਹੈ ਜੀ, ਉਹਦੇ ਪਿੱਛੇ ਕਈ ਕਾਰਨ ਸੀ ਜਿਹੜੇ ਮੈਂ ਆਪਦੇ ਬਿਆਨ ਕਰ ਚੁੱਕਾ ਹਾਂ ਜੀ। ਮੈਂ ਹੁਣ ਉਸ ਪਾਸੇ ਨਹੀਂ ਜਾਣਾ ਚਾਹੁੰਦਾ। ਮੇਰੇ ਹੱਥ ਜਥੇਦਾਰ ਸਾਹਿਬ ਸਤਿਕਾਰਯੋਗ ਨੇ, ਨਾ ਮੈਂ ਕਿਸੇ ਨੂੰ ਲਾਉਣ ਵਾਸਤੇ ਨਾ ਕਿਸੇ ਨੂੰ ਬਦਲਾਉਣ ਵਾਸਤੇ, ਨਾ ਮੇਰੀ ਕੋਈ ਅਜਿਹੀ ਮਨਸ਼ਾ ਸੀ। ਪਰ ਕਿਉਂਕਿ ਮੈਂ ਲੰਬੇ ਸਮੇਂ ਤੋਂ ਦੇਖ ਰਿਹਾ ਸੀ, ਇਹ ਨਹੀਂ ਇਹੀ ਜਥੇਦਾਰ, ਇਸ ਤੋਂ ਪਹਿਲਾਂ ਵੀ ਜਿਹੜੇ ਜਥੇਦਾਰ ਹੁੰਦੇ ਰਹੇ ਨੇ ਉਹਨਾਂ ਦਾ ਵੀ ਜਿਹੜਾ ਵਿਚਰਨ ਦਾ ਤਰੀਕਾ ਸੀਗਾ ਜਾਂ ਜਿਹੜੀ ਮਰਿਆਦਾ ਜਾਂ ਜਿਹੜਾ ਕੋਡ ਆਫ ਕੰਡਕਟ ਜਿਹੜਾ ਆ ਜਿਹਦੀ ਪਾਲਣਾ ਕਰਨੀ ਚਾਹੀਦੀ ਜਥੇਦਾਰ ਸਾਹਿਬਾਨ ਨੂੰ, ਉਸ ਕੋਡ ਆਫ ਕੰਡਕਟ ਦੀ ਜਿਹੜਾ ਸਿੱਖ ਕੋਡ ਆਫ ਕੰਡਕਟ ਹੈ ਉਹਦੀ ਵਾਇਲੇਸ਼ਨ ਉਹ ਜਥੇਦਾਰ ਸਾਹਿਬਾਨ ਕਰਦੇ ਰਹੇ ਨੇ। ਉਸ ਜ਼ਾਬਤੇ ਦੀ, ਉਸ ਮਰਿਆਦਾ ਦੀ ਉਲੰਘਣਾ ਜਿਹੜੀ ਹੈ ਪਹਿਲੇ ਜਥੇਦਾਰ ਸਾਹਿਬਾਨ ਵੀ ਕਰਦੇ ਰਹੇ। ਮੈਂ ਇਹ ਨਹੀਂ ਕੀਤਾ ਕਿ ਅੱਜ ਵਾਲੇ ਕੋਈ ਹੋਈ ਹੈ ਇਹਨਾਂ ਕੋਲੋਂ, ਇਹ ਸ਼ਾਇਦ ਪਹਿਲੇ ਕਰਦੇ ਸੀਗੇ ਤੇ ਇਹ ਵੀ ਕਰ ਗਏ। ਪਰ ਕਿਉਂਕਿ ਇਸ ਉਹਨਾਂ ਦੇ ਜਾਣ ਦੇ ਨਾਲ ਕਈ ਹੋਰ ਵੀ ਗੱਲਾਂ ਜੁੜੀਆਂ ਹੋਈਆਂ ਸੀਗੀਆਂ। ਹਾਂਜੀ, ਉਹ ਜਿਹੜੀਆਂ ਭਾਵੇਂ ਉਹ ਗੱਲਾਂ ਰਾਜਨੀਤਿਕ ਹੋਣ, ਪਰ ਕਿਉਂਕਿ ਜਥੇਦਾਰ ਸਾਹਿਬ ਸਿਰਫ ਜਥੇਦਾਰ ਹੀ ਨਹੀਂ, ਇੱਕ ਰਾਜਨੀਤਿਕ ਸਿੱਖਾਂ ਦੀ ਸਰਮੌਰ ਹਸਤੀ ਵੀ ਨੇ। ਤੇ ਜਿੱਥੇ ਬੰਦੀ ਸਿੰਘਾਂ ਦਾ ਸਵਾਲ ਹੋਵੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਸਵਾਲ ਹੋਵੇ, ਜਿੱਥੇ ਸੈਂਕੜੇ ਨੌਜਵਾਨ ਫੜ ਕੇ ਜੇਲ੍ਹਾਂ 'ਚ ਸੁੱਟੇ ਹੋਣ, NSA ਲਾਈ ਹੋਵੇ ਸਿੱਖ ਨੌਜਵਾਨਾਂ ਦੇ ਉੱਤੇ, ਤੇ ਹੋਰ ਕਈ ਮਸਲੇ ਹੋਣ ਜਿਨ੍ਹਾਂ ਦੇ ਨਾਲ ਜੁੜੇ ਹੋਣ। ਇੱਥੋਂ ਤੱਕ ਕਿ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ, 11 ਮੈਂਬਰੀ ਵਫਦ, ਉਹਦੇ ਘਰ ਦੇ ਮੂਹਰੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਸਤੇ ਜਿਹੜੀ ਫਾਈਲ ਹੈ ਕੇਜਰੀਵਾਲ ਦੇ ਟੇਬਲ ਤੇ ਪਈ ਹੈ, ਉਹਦੇ ਵਾਸਤੇ ਮਿਲਣ ਵਾਸਤੇ ਮੈਮੋਰੈਂਡਮ ਲੈ ਕੇ ਜਾਂਦਾ ਆ, ਟਾਈਮ ਲੈ ਕੇ ਜਾਂਦਾ ਆ, ਤੇ ਵਰਦੇ ਮੀਂਹ ਦੇ ਵਿੱਚ ਉਹ ਗੇਟ ਤੇ ਖੜੋਤੇ ਰਹਿੰਦੇ ਤੇ ਕੋਈ ਗੇਟ ਵੀ ਨਹੀਂ ਖੁੱਲਦਾ ਤੇ ਅੰਦਰੋਂ ਨਾ ਆ ਜਾਂਦੀ ਕਿ ਮੈਂ ਮਿਲ ਨਹੀਂ ਸਕਦਾ। ਹਾਂਜੀ, ਤੇ ਫਿਰ ਜਿਹੜਾ ਆ ਉਹ ਵੀ ਜਿਹੜਾ ਸਾਨੂੰ ਸੋਚਣਾ ਚਾਹੀਦਾ ਹੈ, ਜਿਹੜੇ ਵੀ ਕੌਮ ਦੇ ਜਥੇਦਾਰ ਹੁੰਦੇ ਹੈ, ਕਿ ਇੱਕ ਬੰਨੇ ਤੇ ਕੌਮ ਦੇ ਉਹਨਾਂ ਪ੍ਰਵਾਨਿਆਂ ਨੂੰ ਜਿਨ੍ਹਾਂ ਨੂੰ 29, 30, 33 ਸਾਲ ਹੋ ਗਏ, ਉਹਨਾਂ ਦੇ ਨਾਲ ਇਹ ਲੋਕ ਜਿਹੜੇ ਨੇ ਇੱਕ ਹੀ ਵਿਹਾਰ ਕਰ ਰਹੇ ਆ। ਹਾਂਜੀ, ਉਹ ਚਲੋ ਜੋ ਹੋਣਾ ਸੀ ਹੋ ਗਿਆ। ਨਾ ਮੇਰੀ ਮਨਸ਼ਾ ਕਿਸੇ ਨੂੰ ਬਦਲਾਉਣ ਦੀ ਹੈ, ਨਾ ਕਿਸੇ ਨੂੰ ਲਾਉਣ ਦੀ ਹੈ। ਹਾਂਜੀ, ਮੈਂ ਤੇ ਹਰ ਇੱਕ ਦਾ ਸਤਿਕਾਰ ਕਰਦਾ, ਜਥੇਦਾਰ ਸਾਹਿਬ ਦਾ ਸਤਿਕਾਰ ਕਰਦਾ, ਪਰ ਜਿਹੜੀ ਕੋਡ ਆਫ ਕੰਡਕਟ 'ਚ ਢਿੱਲ ਆ ਚੁੱਕੀ ਸੀ, ਜ਼ਾਬਤੇ 'ਚ ਢਿੱਲ ਆ ਚੁੱਕੀ ਸੀ, ਜਥੇਦਾਰ ਨੂੰ ਜਿਸ ਮਰਿਆਦਾ 'ਚ ਰਹਿਣਾ ਚਾਹੀਦਾ ਆ। ਠੀਕ ਹੈ ਕਿ ਮੇਰੇ ਵਰਗੇ 'ਚ ਵੀ ਬਹੁਤ ਘਾਟਾਂ ਨੇ, ਮੈਂ ਆਪਦੀ ਗੱਲ ਨਹੀਂ ਕਰਦਾ, ਪਰ ਕਿ ਜਥੇਦਾਰ ਸਾਡੇ ਵਾਸਤੇ ਇੱਕ ਧੁਰਾ ਹੁੰਦਾ ਆ, ਉਹਨਾਂ ਤੋਂ ਅਸੀਂ ਅਜਿਹੀ ਆਸ ਨਹੀਂ ਰੱਖਦੇ। ਤੇ ਜਦੋਂ ਅਜਿਹੀ ਕੋਈ ਗੱਲ ਵਾਪਰਦੀ ਹੈ, ਕਈ ਵਿੱਚ ਲਹੂ ਸਾੜਦੇ ਰਹਿੰਦੇ ਆ, ਮੈਂ ਵੀ ਸਾੜਦਾ ਰਿਹਾ ਲੰਬਾ ਸਮਾਂ, ਕਾਫੀ ਸਾੜਦਾ ਰਿਹਾ ਵੀ ਕਿਉਂ ਹੁੰਦਾ ਆ, ਕਿੱਧਰ ਜਾਊ ਗੱਲ। ਅਖੀਰ ਮੈਂ ਜਿਹੜਾ ਆਪਦਾ ਭਾਵੇਂ 2 ਸ਼ਬਦਾਂ 'ਚ ਪ੍ਰਗਟਾਵਾ ਕੀਤਾ ਸੀ, ਪਰ ਉਹ ਚਲੋ ਗੱਲ ਏਡੀ ਜ਼ਿਆਦਾ ਵੱਧ ਗਈ ਅਜੇ ਕਿ ਮੈਂ ਰਾਤ ਦੇ 12 ਵਜੇ ਕੀਤਾ ਆ, ਇਹ ਗੱਲ ਸ਼ਾਮਾਂ ਦੀ ਹੈ। ਤੇ ਜਦੋਂ ਸਾਰਾ ਕੁਛ ਹੀ ਸੋਸ਼ਲ ਮੀਡੀਆ 'ਚ ਕਿਤੇ ਚੱਲਦਾ ਰਿਹਾ, ਚਲੋ ਮੈਂ ਦੇਖਿਆ ਨਹੀਂ, ਮੈਂ ਰਾਤ ਨੂੰ ਦੇਖਿਆ। ਫਿਰ ਅਖੀਰ ਮੈਂ ਮੇਰੇ ਖਿਆਲ ਕਿ 11:15 11:30 ਮੈਂ ਪੋਸਟ ਕੀਤੀ ਸੀ, ਉਹ ਵੀ 2 ਲਾਈਨਾਂ ਦੇ ਵਿੱਚ। ਉਹ ਜਿਸ ਪਾਸੇ ਨੂੰ ਗਈ, ਚਲੋ ਉਹ ਅਲੱਗ ਵਿਸ਼ਾ ਆ, ਮੇਰਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ। ਮੈਂ ਤਾਂ ਇੰਨਾ ਚਾਹੁੰਦਾ ਕਿ ਜਿਹੜੇ ਜਥੇਦਾਰ ਸਾਹਿਬਾਨ ਨੇ ਉਹ ਜਥੇਦਾਰੀ ਕਰਨ, ਉਹਨਾਂ 'ਚੋਂ ਜਥੇਦਾਰ ਦੀ ਸਮੈਲ ਆਉਣੀ ਚਾਹੀਦੀ ਹੈ, ਉਹਨਾਂ ਚੋਂ ਜਥੇਦਾਰ ਦੀ ਭਾਵਨਾ ਪ੍ਰਗਟ ਹੋਣੀ ਚਾਹੀਦੀ ਹੈ। ਉਹ ਕੋਈ ਮਤਲਬ ਇਹ ਨਹੀਂ ਹੈਗਾ ਕਿ 4 ਗੱਲਾਂ ਕਰ ਲਈਆਂ ਜਾਂ 4
ਸ਼ਬਦਾਂ ਦੇ ਨਾਲ ਤੁਸੀਂ ਇੱਕ ਤਰ੍ਹਾਂ ਗੱਲ ਕਰ ਲਈ ਤੇ ਫਿਰ ਭੌਂਕੇ ਉੱਥੇ ਹੀ, ਇਸ ਤਰ੍ਹਾਂ ਇਹ ਗੱਲਾਂ ਨਹੀਂ ਹੁੰਦੀਆਂ। ਜਥੇਦਾਰ ਆਪਦੇ ਜਥੇਦਾਰੀ ਲੈ ਕੇ ਚੱਲਦੀ ਨੇ। ਸਾਨੂੰ ਆਸ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਅੱਗੇ ਤੋਂ ਜਿਹੜਾ ਆ ਕੌਮ ਦੀ ਜਿਹੜੀ ਹੋ ਸਕਦਾ ਕਿ ਪਿਛਲਿਆਂ ਨੂੰ ਵੇਖ ਕੇ ਹੀ ਉਹ ਇਸ ਤਰ੍ਹਾਂ ਕਰ ਗਏ ਹੁਣ, ਤੇ ਉਹ ਨਹੀਂ ਅਜਿਹਾ ਹੋਊਗਾ ਤੇ ਜਿਹਦੇ ਨਾਲ ਕੌਮ ਨੂੰ ਖੁਸ਼ੀ ਹੋਊਗੀ ਤੇ ਮੇਰੇ ਵਰਗਿਆਂ ਨੂੰ ਖੁਸ਼ੀ ਹੋਊਗੀ। ਜੀ, ਵਿਰਸਾ ਸਿੰਘ ਵਲਟੋਹਾ ਜੀ, ਆਪਣੇ ਕੀਮਤੀ ਸਮੇਂ 'ਚੋਂ ਸਮਾਂ ਦੇਣ ਲਈ ਰੇਡੀਓ ਪੰਜਾਬ ਟੂਡੇ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਮਿਹਰਬਾਨੀ ਜੀ, ਥੈਂਕ ਯੂ। ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਬਾਦਾਨ ਇੱਥੇ ਹੀ ਖਤਮ ਕਰਨ ਦੀ ਦਲਬੀਰ ਬਰਾੜ ਚਾਹੁੰਦਾ ਆਗਿਆ। ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਨਾਲ। ਰੱਬ ਰੱਖਾ।